रस गुरु कै जन्म मरण दुख जाए। होवै सिफत खसामदी नूर अर सोह कुर सोह झटी। तुद डिठे सच्चे पातशाह मल जन्म जन्म दी कटी है। सजन सच्चा पातशाह सिर शाहांदा साहो। जिस पास बैठिया सोही है सबना दा वेसाहो। जिस पास बैठिया सोही है सबना दा वेसाहो। सतनाम श्री वाहिगुरु साहिब जी। बिलावल महला पंजवा। तुम समर्था कारण करना ढाकन ढाक गोबिंद गुर मेरे। मोह अपराधी सरन चरण तुम समर्था कारण करना ढाकन ढाक गोबिंद गुर मेरे। मोह अपराधी सरन चरण रहाओ। जो जो कीनो सो तुम जानियो पेखियो। ठौर नाही कश ढीठ मुकरना। बड़ प्रताप सुनियो प्रभ तुमरो। कोट अगा तेरो नाम हरना। हमरो सहाओ सदा सद भूलन। तुमरो बिरद पतत उदाहरना। करुणामय कृपाल कृपा निध जीवन पद नानक हर दर्शन। हमरो सहाओ सदा सद भूलन। तुमरो बिरद पतत उदाहरण। करुणामय कृपाल कृपा निध जीवन पद नानक हर दर्शन। वाहिगुरु जी का खालसा वाहिगुरु जी की फतेह। जुग हो जुग अटल चबर शतर तख्त के मालिक साहिबे कमाल सतगुरु धन धन श्री गुरु ग्रंथ साहिब जी महाराज। आप जी दे पावन पवित्र अमृत वेले दे सजे दरबार अंदर नौवें पातशाह गुरु तेग बहादुर साहब जी आप जी दे पावन स्थानां ते गुरुद्वारा श्री दुख निवारण साहब की पवित्र धरती ते हाजरियां भर रही गुरु स्वरूप गुरु खालसा साध संगत जी। सतगुरां ने अपार रहमत कृपा की है।
ਸਤ ਸੰਗਤ ਕਰਨ ਦਾ ਸੁਭਾਗ ਸਾਨੂੰ ਬਖਸ਼ਿਆ ਹੈ। ਗੁਰੂ ਦੀ ਦਇਆ, ਗੁਰੂ ਦੀ ਰਹਿਮਤ ਸਦਕਾ ਇਹ ਘੜੀਆਂ ਪ੍ਰਾਪਤ ਹੁੰਦੀਆਂ ਨੇ। ਕਿਉਂਕਿ ਨਿਉਂਦਾ ਜਿਹਨੂੰ ਮਿਲਦਾ ਆਉਂਦਾ ਤਾਂ ਉਹੀ ਹੈ ਨਾ। ਜਿਹੜੀ ਆਵਾਜ਼ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਮਾਰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇੱਕ ਵਿਦਵਾਨ ਲਿਖਦਾ ਹੈ ਕਿ ਜਿਵੇਂ ਪੁਰਾਣੇ ਸਮਿਆਂ ਵਿੱਚ ਜਦੋਂ ਵਿਆਹ ਹੁੰਦਾ ਸੀ ਤੇ ਨਿਉਂਦਾ ਭੇਜਿਆ ਜਾਂਦਾ ਸੀ, ਅੱਜ ਵੀ ਭੇਜਦੇ ਆ, ਤੋ ਵਿਆਹ ਦੇ ਵਿੱਚ ਬੜੇ ਰਿਸ਼ਤੇਦਾਰ ਸਾਕ ਸੰਬੰਧੀ ਆਏ, ਪਰ ਨਾਲ ਦੇ ਗੁਆਂਢੀ ਨਹੀਂ ਆਏ। ਤੋ ਕਿਸੇ ਪੁੱਛਿਆ ਵੀ ਤੁਹਾਡਾ ਘਰ ਇਹਨਾਂ ਦੇ ਨਾਲ ਹੈ, ਵੀ ਦੂਰੋਂ ਦੂਰੋਂ ਲੋਕ ਆਏ, ਤੁਸੀਂ ਕਿਉਂ ਨਹੀਂ ਆਏ ਵਿਆਹ 'ਚ? ਕਹਿੰਦੇ ਜੀ ਨਿਉਂਦਾ ਨਹੀਂ ਦਿੱਤਾ ਸਾਨੂੰ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਗੁਰੂ ਕੇ ਚਰਨਾਂ ਵਿੱਚ ਉਹ ਬਿਰਾਜਦਾ ਜਿਨ੍ਹਾਂ ਜਿਨ੍ਹਾਂ ਨੂੰ ਨਿਉਂਦਾ ਮਿਲਿਆ ਹੋਵੇ। ਇਸ ਤਰ੍ਹਾਂ ਕਹਿ ਲਈਏ, ਵਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾ ਖਾਵੈ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਜਿਨ੍ਹਾਂ ਦੇ ਭਾਗ ਵੱਡੇ ਸਨ ਉਹਨਾਂ ਨੂੰ ਨਿਉਂਦਾ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਉਹਨਾਂ ਗੁਰਮੁਖਾਂ ਨੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਕੀ ਬਾਣੀ ਦਾ ਆਨੰਦ ਮਾਣਿਆ। ਕਵੀ ਅਨਾਥ ਜੀ ਹੋਏ ਨੇ, ਉਹਨਾਂ ਦਾ ਇੱਕ ਗ੍ਰੰਥ ਹੈ ਵਿਚਾਰਮਾਲਾ। ਸਾਧ ਸੰਗਤ ਦੀ ਮਹਿਮਾ ਕਰਦਿਆਂ ਇੱਕ ਬੜਾ ਸੋਹਣਾ ਬਚਨ ਲਿਖਦੇ ਨੇ, ਚਾਰ ਦਵਾਰ ਪਾਲ ਹੈ ਮੁਕਤ ਕੋ, ਸਮ ਸੰਤੋਖ ਵਿਚਾਰ। ਦਵਾਰਪਾਲ ਜਿਹੜੇ ਹੁੰਦੇ ਨਾ, ਪਹਿਰੇਦਾਰ, ਜਿਹੜੀ ਮੁਕਤੀ ਹੈ ਉਹਦੇ ਚਾਰ ਪਹਿਰੇਦਾਰ ਨੇ ਮੁਕਤੀ ਦੇ। ਪਹਿਲਾ ਦਵਾਰਪਾਲ ਹੈ, ਕਹਿੰਦੇ ਸਮ। ਸਮ ਦਾ ਭਾਵ ਹੈ ਕਿ ਮਨ ਨੂੰ ਕਾਬੂ ਕਰਨਾ, ਆਪਣੇ ਮਨ ਤੇ ਕੰਟਰੋਲ ਰੱਖਣਾ। ਜੇ ਮਨੁੱਖ ਚਾਹੇ ਤੇ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਤੇ ਕਾਬੂ ਪਾ ਸਕਦਾ, ਪਰ ਗੁਰੂ ਦੀ ਕਿਰਪਾ ਨਾਲ, ਜੇ ਅੰਦਰ ਭਾਵਨਾ ਹੋਵੇ। ਤੋ ਮੁਕਤੀ ਦਾ ਪਹਿਲਾ ਦਵਾਰਪਾਲ ਹੈ ਜੀ ਸਮ, ਮਨ ਨੂੰ ਕਾਬੂ ਕਰਨਾ। ਫਿਰ ਕਹਿੰਦੇ ਮੁਕਤੀ ਦਾ ਦੂਜਾ ਦਵਾਰਪਾਲ ਹੈ ਸੰਤੋਖ। ਯਥਾ ਲਾਭ ਤਥਾ ਸੰਤੁਸ਼ਟ ਹੈ। ਜਿਹੋ ਜਿਹਾ ਲਾਭ ਮਿਲ ਗਿਆ ਉਹਦੇ ਵਿੱਚ ਸੰਤੁਸ਼ਟੀ, ਭਾਵੇਂ ਲਾਭ ਕੌਡੀ ਦਾ ਹੀ ਮਿਲਿਆ ਹੋਵੇ, ਨਫਾ ਕੌਡੀ ਦਾ ਹੀ ਮਿਲਿਆ ਹੋਵੇ, ਉਹਦੇ ਵਿੱਚ ਸੰਤੁਸ਼ਟ ਰਹਿਣਾ, ਇਹਨੂੰ ਸੰਤੋਖ ਕਹਿੰਦੇ ਨੇ। ਆਪਾਂ ਸੰਤੋਖੀ ਹੋਣ ਦੀ ਗੱਲ ਕਰਦੇ ਹਾਂ, ਪਰ ਸੰਤੋਖੀ ਦਾ ਭਾਵ ਸਾਨੂੰ ਨਹੀਂ ਪਤਾ ਹੁੰਦਾ ਵੀ ਸੰਤੋਖ ਹੈ ਕੀ। ਮਾਇਆ ਦਾ ਲਾਲਚ ਨਹੀਂ, ਠੀਕ ਹੈ, ਹੋ ਸਕਦਾ ਬੰਦਾ ਸੰਤੋਖੀ ਹੋਵੇ, ਪਰ ਸੰਤੋਖ ਕੱਲਾ ਮਾਇਆ ਨਹੀਂ ਹੁੰਦਾ। ਸੰਤੋਖ ਮਨੁੱਖ ਦੇ ਹਿਰਦੇ ਦੇ ਘਰ ਦੇ ਵਿੱਚ ਜਦੋਂ ਵਸ ਜਾਏ ਤੇ ਹਰ ਇੱਕ ਪੱਖ ਤੋਂ ਮਨੁੱਖ ਦਾ ਮਨ ਸੰਤੋਖੀ ਹੁੰਦਾ ਹੈ, ਹਰ ਇੱਕ ਪੱਖ ਤੋਂ। ਦਾਸ ਤਾਂ ਇੱਥੋਂ ਤਾਈਂ ਵਿਚਾਰਦਾ ਹੈ ਕਿ ਮਨੁੱਖ ਵੇਖਣ ਤੇ ਵੀ ਸੰਤੋਖ ਰੱਖਦਾ, ਫਿਰ ਖਾਣ ਤੇ ਵੀ ਸੰਤੋਖ, ਸੁਣਨ ਤੇ ਵੀ ਸੰਤੋਖ, ਬੋਲਣ ਤੇ ਵੀ ਸੰਤੋਖ। ਮਨ 'ਚ ਜਦੋਂ ਸੰਤੋਖ ਆ ਜਾਏ ਤੇ ਫਿਰ ਸਾਰੇ ਹਿਰਦੇ ਵਿੱਚ ਸੰਤੋਖ ਹੀ ਵਰਤ ਜਾਂਦਾ ਹੈ। ਤੋ ਸੰਤੋਖ ਹੈ ਜਿੰਨਾ ਕੁ ਲਾਭ ਮਿਲ ਗਿਆ ਉਹਦੇ ਵਿੱਚ ਖੁਸ਼ ਰਹਿਣਾ, ਕਦੇ ਨਾ ਕਹਿਣਾ ਵੀ ਥੋੜਾ ਮਿਲਿਆ।
ਕਹਿੰਦੇ ਤੀਸਰਾ ਦਵਾਰਪਾਲ ਹੈ ਵਿਚਾਰ। ਵਿਚਾਰ ਕਰਨੀ ਕਾਹਦੀ? ਸਤ ਸੰਤੋਖ ਦੀ, ਝੂਠ ਸੱਚ ਦੀ। ਵਿਚਾਰ ਕਰਨੀ ਆਪਣੇ ਜੀਵਨ ਦੀ, ਵਿਚਾਰ ਕਰਨੀ ਆਪਣੇ ਔਗਣਾਂ ਦੀ। ਜੀਵਨ ਕਿਉਂ ਪ੍ਰਾਪਤ ਹੋਇਆ, ਇਹਦੀ ਵਿਚਾਰ ਕਰਨੀ। ਮੁਕਤੀ ਕਿਵੇਂ ਪ੍ਰਾਪਤ ਕਰਨੀ ਹੈ, ਇਸ ਦੀ ਵਿਚਾਰ ਕਰਨੀ। ਗ੍ਰਹਿਣ ਕੀ ਕਰਨਾ ਹੈ, ਇਹ ਵਿਚਾਰਨਾ। ਛੱਡਣਾ ਕੀ ਹੈ, ਇਹਦੀ ਵਿਚਾਰ ਕਰਨੀ। ਹੁੰਦਾ ਅਕਸਰ ਐਸਾ ਹੈ ਕਿ ਅਸੀਂ ਬਹਿ ਕੇ ਵਿਚਾਰ ਕਰਦੇ ਹੁੰਦੇ ਆ ਵੀ ਦੂਜਾ ਬੰਦਾ ਇਦਾਂ ਦਾ, ਤੀਜਾ ਬੰਦਾ ਇਦਾਂ ਦਾ। ਆਨੰਦ ਤਾਂ ਉਸ ਦਿਨ ਬਣੇਗਾ ਜਿਸ ਦਿਨ ਅਸੀਂ ਬਹਿ ਕੇ ਆਪਣੇ ਔਗੁਣਾਂ ਦੀ ਵਿਚਾਰ ਕਰਾਂਗੇ ਕਿ ਮੈਂ ਕਿੱਦਾਂ ਦਾ ਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਸਮੱਗਰ ਬਾਣੀ ਦੇ ਅੰਦਰ ਜੇ ਪੜ੍ਹੀਏ ਤੇ ਸਤਿਗੁਰੂ ਜਦੋਂ ਮਨ ਦੀ ਪ੍ਰਥਾਏ ਉਪਦੇਸ਼ ਬਖਸ਼ਿਸ਼ ਕਰਦੇ ਨੇ ਤੇ ਇਹੀ ਕਹਿੰਦੇ ਨਾ, ਜੇਤਾ ਸਮੁੰਦ ਸਾਗਰ ਨੀਰ ਭਰਿਆ। ਕਿਸੇ ਦੂਸਰੇ ਬੰਦੇ ਵੱਲ ਉਂਗਲ ਚੁੱਕ ਕੇ ਤਾਂ ਇਹ ਨਹੀਂ ਨਾ ਆਖਿਆ ਵੀ ਤੇਰੇ ਚੌਗਣ ਨੇ। ਮਹਾਰਾਜ ਜਦੋਂ ਮਨ ਦੀ ਪ੍ਰਥਾਏ ਉਪਦੇਸ਼ ਦਿੰਦੇ ਨੇ ਤੇ ਇਹ ਕਹਿੰਦੇ ਨੇ ਵੀ ਜੈਸੇ ਸਮੁੰਦਰ ਪਾਣੀ ਨਾਲ ਭਰਿਆ ਤੇਤੇ ਔਗਣ ਹਮਾਰੇ। ਹੇ ਵਾਹਿਗੁਰੂ, ਇਹਦੇ ਔਗਣ ਸਾਡੇ ਜੀਵਨ ਵਿੱਚ ਨੇ। ਭਾਵ ਅਰਥ ਕਿ ਜੈਸੇ ਸਮੁੰਦਰ ਦੇ ਪਾਣੀ ਦੀ ਗਿਣਤੀ ਨਹੀਂ, ਮਿਣਿਆ ਨਹੀਂ ਜਾ ਸਕਦਾ। ਹੇ ਵਾਹਿਗੁਰੂ, ਇਤਨੇ ਜ਼ਿਆਦੇ ਸਾਡੇ ਜੀਵਨ ਵਿੱਚ ਔਗਣ ਨੇ ਕਿ ਅਸੀਂ ਗਿਣਤੀ ਨਹੀਂ ਕਰ ਸਕਦੇ। ਆਪਣੇ ਔਗਣਾਂ ਦੀ ਵਿਚਾਰ ਕਰਨੀ। ਜੀਵਨ ਜੋ ਪ੍ਰਾਪਤ ਹੋਇਆ, ਇਸ ਜੀਵਨ ਦਾ ਜੋ ਲਕਸ਼ ਹੈ, ਉਸ ਲਕਸ਼ ਦੀ ਪ੍ਰਾਪਤੀ ਦੀ ਵਿਚਾਰ ਕਰਨੀ। ਇਹ ਮੁਕਤੀ ਦਾ ਤੀਸਰਾ ਦਵਾਰਪਾਲ ਹੈ। ਫਿਰ ਕਵੀ ਜੀ ਨੇ ਬੜੀ ਬਾ ਕਮਾਲ ਦੀ ਗੱਲ ਆਖੀ। ਕਹਿੰਦੇ ਜੀ ਤੁਸੀਂ ਚਾਰ ਦਵਾਰਪਾਲ ਦੇ ਜ਼ਿਕਰ ਕੀਤਾ ਵੀ ਸਮ, ਸੰਤੋਖ, ਵਿਚਾਰ, ਇਹ ਤਾਂ ਤਿੰਨ ਹੋਏ। ਚੌਥਾ ਕਿੱਥੇ? ਚੌਥਾ ਦਵਾਰਪਾਲ ਕਿਹੜਾ ਹੈ? ਕਹਿੰਦੇ ਜੀ ਸਤ ਸੰਗਤ। ਤਿੰਨਾਂ ਦੇ ਵਿੱਚੋਂ ਸਭ ਤੋਂ ਸ਼੍ਰੋਮਣੀ ਦਵਾਰਪਾਲ ਹੈ ਕਹਿੰਦੇ ਸਤ ਸੰਗਤ। ਤੋ ਸਤ ਸੰਗਤ ਕਹਿੰਦੇ ਉਹ ਘਰ ਹੈ ਜਿੱਥੇ ਕੋਈ ਵੀ ਆ ਜਾਏ ਤਰ ਜਾਂਦਾ ਹੈ। ਕੋਈ ਵੀ ਆ ਜਾਏ। ਜੈਸੇ ਨਦੀ ਦਾ ਪਾਣੀ ਵਹਿੰਦਾ ਹੁੰਦਾ ਨਾ, ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ, ਜਿਉ ਮੀਹੋਂ ਉੱਠੈ ਗਲਿਆ ਨਾਲਿਆ ਟੋਬਿਆ ਕਾ ਜਲ, ਜਾਏ ਪਵੈ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਜਦੋਂ ਮੀਂਹ ਪੈਂਦਾ, ਗਲੀਆਂ ਦਾ ਪਾਣੀ, ਨਾਲਿਆਂ ਦਾ ਪਾਣੀ, ਟੋਬਿਆਂ ਦਾ ਪਾਣੀ, ਨਹਿਰਾਂ ਦਾ ਪਾਣੀ ਇਕੱਠਾ ਹੋ ਕੇ ਮਿਲ ਕੇ ਗੰਗਾ 'ਚ ਪੈ ਜਾਂਦਾ। ਜਦੋਂ ਗੰਗਾ ਦੇ ਵਿੱਚ ਉਹ ਪੈ ਜਾਂਦਾ ਤੇ ਗੰਗਾ ਦਾ ਹੀ ਰੂਪ ਹੋ ਜਾਂਦਾ, ਪਵਿੱਤਰ ਹੋ ਜਾਂਦਾ, ਸ਼ੁੱਧ ਹੋ ਜਾਂਦਾ। ਤੋ ਜਿਨ੍ਹਾਂ ਨਾਲੀਆਂ ਦਾ ਪਾਣੀ ਗੰਦਾ ਸੀ, ਜਿਨ੍ਹਾਂ ਟੋਬਿਆਂ ਦਾ ਪਾਣੀ ਮੈਲਾ ਸੀ, ਉਹ ਜਦੋਂ ਜਾ ਕੇ ਗੰਗਾ ਦੇ ਵਿੱਚ ਸਮਾ ਗਏ ਤੇ ਪਵਿੱਤਰ ਹੋ ਗਏ। ਤੇ ਭਾਈ ਵੀਰ ਸਿੰਘ ਜੀ ਕਹਿੰਦੇ ਸਤ ਸੰਗਤ ਇੱਕ ਇਹੋ ਜੀ ਨਦੀ ਹੈ, ਜਿਹੜੀ ਜਿਹੜੀ ਬੂੰਦ ਇਹਦੇ ਵਿੱਚ ਸਮਾਈ ਜਾਏਗੀ ਉਹ ਸਮੁੰਦਰ ਤੱਕ ਪਹੁੰਚੀ ਜਾਏਗੀ। ਭਾਵ ਅਰਥ ਕਿ ਜਿਹੜਾ ਜਿਹੜਾ ਸਤ ਸੰਗਤ ਕਰਦਾ ਜਾਏਗਾ ਉਹ ਮਨੁੱਖ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਪਹੁੰਚਦਾ ਜਾਏਗਾ। ਇਹੀ ਸਭ ਤੋਂ ਸੌਖਾ ਰਸਤਾ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ। ਇਹੋ ਜਿਹਾ ਉੱਤਮ ਸ੍ਰੇਸ਼ਟ ਪੰਥ ਹੈ ਜਿਹਨੂੰ ਮਿਲ ਕੇ, ਜਿਸ ਸੰਗਤ ਵਿੱਚ ਬਹਿ ਕੇ ਜੰਮਾਂ ਦਾ ਭੈ, ਜੰਮਾਂ ਦਾ ਡਰ ਵੀ ਅੰਦਰੋਂ ਨਿਵਰਤ ਹੋ ਗਿਆ। ਤੇ ਸਾਹਿਬ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਸੰਗਤ ਵਿੱਚ ਆ ਗਿਆ ਉਹ ਤਰ ਗਿਆ। ਜਿਹੜੀ ਬੂੰਦ ਭਾਈ ਵੀਰ ਸਿੰਘ ਕਹਿੰਦੇ ਨਦੀ 'ਚ ਪੈ ਗਈ ਉਹ ਸਮੁੰਦਰ 'ਚ ਪਹੁੰਚ ਗਈ। ਜਿਹੜਾ ਸੰਗਤ ਵਿੱਚ ਆ ਗਿਆ ਉਹਦਾ ਵੀ ਭਲਾ ਹੋ ਗਿਆ। ਕਵੀ ਅਨਾਥ ਜੀ ਕਹਿੰਦੇ ਇਹ ਚਾਰ ਜਿਹੜੇ ਨੇ ਨਾ, ਇਹ ਮੁਕਤੀ ਦੇ ਦਵਾਰਪਾਲ ਨੇ। ਜਿਨ੍ਹਾਂ ਨੇ ਸਮ, ਸੰਤੋਖ, ਵਿਚਾਰ ਤੇ ਸਤ ਸੰਗਤ ਆਪਣੇ ਜੀਵਨ ਵਿੱਚ ਧਾਰਨ ਕਰ ਲਏ ਤੇ ਦਵਾਰਪਾਲ ਉਹਨਾਂ ਲਈ ਫਿਰ ਮੁਕਤੀ ਦਾ ਦਰਵਾਜ਼ਾ ਖੋਲ ਦਿੰਦੇ ਨੇ। ਤੋ ਸਵਾਲ ਹੈ ਕਿ ਸਮ, ਸੰਤੋਖ ਤੇ ਵਿਚਾਰ
ਇਹਨਾਂ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ ਜੀ? ਸਤ ਸੰਗਤ ਦੇ ਵਿੱਚੋਂ। ਇਹ ਗੁਣ ਕਿੱਥੋਂ ਮਿਲਦੇ ਨੇ? ਸੰਗਤ ਵਿੱਚੋਂ ਹੀ ਮਿਲਦੇ ਨੇ। ਇਸ ਕਰਕੇ ਕਵੀ ਜੀ ਕਹਿੰਦੇ ਸਤ ਸੰਗਤ ਸਭ ਤੋਂ ਸ੍ਰੇਸ਼ਟ, ਸਭ ਤੋਂ ਉੱਤਮ ਹੈ। ਸਤਿਗੁਰਾਂ ਨੇ ਦਇਆ ਕੀਤੀ, ਸਾਨੂੰ ਸੰਗਤ ਕਰਨ ਦਾ ਸੁਭਾਗ ਬਖਸ਼ਿਆ। ਅੱਜ ਦੇ ਪਾਵਨ ਮੁਖ ਵਾਕ ਦੀ ਵਿਚਾਰ ਕਰਨ ਤੋਂ ਪਹਿਲਾਂ ਅੱਜ ਦਾ ਜੋ ਪਾਵਨ ਦਿਹਾੜਾ ਹੈ ਉਹਦੇ ਸੰਬੰਧ ਵਿੱਚ ਆਪ ਜੀ ਨੂੰ ਬੇਨਤੀਆਂ ਕਰਨੀਆਂ, ਕਿਉਂਕਿ ਜਦੋਂ ਪੋਹ ਦਾ ਮਹੀਨਾ ਚੜ੍ਹਦਾ ਹੈ ਤੇ ਸਿੱਖਾਂ ਦੇ ਹਿਰਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਯਾਦ, ਸਾਹਿਬਜ਼ਾਦਿਆਂ ਦੀ ਯਾਦ ਤਾਜ਼ੀ ਹੋ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਦਾ ਦਿਨ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਕਈ ਮਹੀਨਿਆਂ ਦਾ ਘੇਰਾ, ਭੁੱਖੇ ਭਾਣੇ ਸਿੰਘ ਜੰਗਾਂ ਯੁੱਧਾਂ ਦੇ ਅੰਦਰ ਜੂਝਦੇ ਹੋਏ ਆਪਣਾ ਪੇਟ ਕਮਰ ਕੱਸੇ ਨਾਲ ਘੁੱਟਿਆ, ਹੱਥ ਤੇਗਾਂ ਦੇ ਉੱਤੇ ਅੱਠੇ ਪਹਿਰ ਤਿਆਰ ਬਰ ਤਿਆਰ ਜੂਝਣ ਵਾਸਤੇ। ਕਈ ਸਿੰਘਾਂ ਨੇ ਬਦਾਵਾ ਲਿਖਿਆ। ਬਦਾਵਾ ਉਦੋਂ ਲਿਖਿਆ ਗਿਆ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਤੇ ਪਹਾੜੀ ਰਾਜੇ ਭੀਮ ਚੰਦ ਨੇ ਸਹੁੰ ਖਾਧੀ। ਅਸਲ ਵਿੱਚ ਉਹ ਦੁਖੀ ਆਪ ਵੀ ਹੋ ਚੁੱਕੇ ਸਨ, ਕਿਉਂਕਿ ਜਿਵੇਂ ਸੱਪ ਆਪਣੇ ਮੂੰਹ ਦੇ ਵਿੱਚ ਚਚੁੰਦਰ ਪਾ ਲੈਂਦਾ ਨਾ ਖਾਣ ਜੋਗਾ ਨਾ ਛੱਡਣ ਜੋਗਾ, ਖਾਂਦਾ ਤੇ ਕੋੜ ਦਾ ਰੋਗ ਹੁੰਦਾ, ਫੜ ਕੇ ਰੱਖਦਾ ਤੇ ਉਹਦੀ ਮੁਸ਼ਕ ਨਾਲ ਮਰਦਾ, ਛੱਡਦਾ ਤੇ ਅੱਖਾਂ ਤੋਂ ਅੰਨਾ ਹੁੰਦਾ। ਹੁਣ ਜਦੋਂ ਕੋੜ ਕਿਰਲੀ ਆ ਚਚੁੰਦਰ ਜਿਹੜੀ ਮੂੰਹ ਦੇ ਵਿੱਚ ਪਾ ਲਵੇ ਤੇ ਮੁਸੀਬਤ ਬਣ ਜਾਂਦੀ ਉਹਦੇ ਵਾਸਤੇ, ਸੱਪ ਦੇ ਲਈ। ਸੱਚ ਜਾਣਿਓ ਕਿ ਅਨੰਦਪੁਰ ਸਾਹਿਬ ਨੂੰ ਕਿਲ੍ਹਾ ਪਾਇਆ ਤੇ ਔਰੰਗਜ਼ੇਬ ਤੇ ਭੀਮ ਚੰਦ ਵਾਸਤੇ ਸੱਪ ਵਾਲਾ ਹਾਲ ਹੋ ਗਿਆ। ਜੇ ਘੇਰਾ ਛੱਡ ਕੇ ਜਾਂਦੇ ਨੇ ਤਾਂ ਸਮੇਂ ਦਾ ਬਾਦਸ਼ਾਹ, ਲੋਕ ਕੀ ਕਹਿਣਗੇ? ਹਾਰ ਕੇ ਆ ਗਿਆ। ਜੇ ਘੇਰਾ ਪਾ ਕੇ ਰੱਖਦੇ ਨੇ, ਇੱਕ ਪਾਸੇ ਠੰਡ, ਘੋੜੇ ਮਰਦੇ ਨੇ, ਖਰਚਾ ਹੁੰਦਾ ਹੈ, ਉਥੇ ਵੀ ਬੜਾ ਔਖਾ ਹੋ ਰਿਹਾ ਹੈ। ਕਿਲ੍ਹਾ ਅੱਗੇ ਟੁੱਟਦਾ ਨਹੀਂ, ਅੱਗੇ ਵੱਧ ਕੇ ਜੰਗ ਨਹੀਂ ਕਰ ਸਕਦੇ, ਕਿਉਂਕਿ ਸ਼ਰਾਬੀ ਹਾਥੀ ਵੀ ਚਾੜ ਕੇ ਵੇਖ ਲਿਆ ਪਰ ਕੁਝ ਵਿਗਾੜ ਨਾ ਸਕੇ। ਹੁਣ ਅਖੀਰ ਇਹਨਾਂ ਨੇ ਆਪਣੇ ਧਰਮ ਦੀ, ਮਜ਼ਹਬ ਦੀ ਸਹੁੰ ਚੁੱਕੀ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕੋਲ ਕਾਜੀ ਆਇਆ, ਕਹਿੰਦੇ ਜੀ ਕੁਰਾਨ ਲੈ ਕੇ ਆਉਣ ਦੀ। ਜਫਰਨਾਮੇ ਵਿੱਚ ਬਕਾਇਦਾ ਇਹਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤਾ। ਕਾਜੀ ਕੁਰਾਨ ਲੈ ਕੇ ਆਇਆ। ਰਾਜੇ ਭੀਮ ਚੰਦ ਨੇ ਠਾਕੁਰ ਭੇਜੇ, ਧਰਮ ਗ੍ਰੰਥਾਂ ਦੀ ਸਹੁੰ ਚੁੱਕੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਜਫਰਨਾਮੇ ਵਿੱਚ ਬਚਨ ਕਹਿੰਦੇ ਨੇ ਕਿ ਹੇ ਔਰੰਗਜ਼ੇਬ, ਮੈਂ ਕੁਰਾਨ ਤੇ ਕਿੰਤੂ ਨਹੀਂ ਕਰਦਾ, ਮੈਂ ਤੇਰੇ ਧਰਮ ਤੇ ਕਿੰਤੂ ਨਹੀਂ ਕਰਦਾ, ਪਰ ਮੈਨੂੰ ਤੇਰੇ ਤੇ ਵਿਸ਼ਵਾਸ ਨਹੀਂ, ਕਿਉਂਕਿ ਤੂੰ ਧਰਮੀ ਨਹੀਂ। ਧਰਮੀ ਮਨੁੱਖ ਹੋਵੇ ਤੇ ਧਰਮੀ ਮਨੁੱਖ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ। ਜਿਹੜਾ ਇਨਸਾਨ ਹੋਵੇ ਅਧਰਮੀ, ਉਹਦੇ ਤੇ ਵਿਸ਼ਵਾਸ ਕਿਵੇਂ ਕਰੀਏ? ਮੈਨੂੰ ਤੇਰੀ ਕੁਰਾਨ ਤੇ ਸ਼ੱਕ ਨਹੀਂ, ਮੈਨੂੰ ਧਰਮ ਗ੍ਰੰਥਾਂ ਤੇ ਸ਼ੱਕ ਨਹੀਂ, ਮੈਨੂੰ ਧਰਮ ਤੇ ਸ਼ੱਕ ਨਹੀਂ, ਪਰ ਮੈਨੂੰ ਸ਼ੱਕ ਤੇਰੇ ਉੱਪਰ ਹੈ, ਕਿਉਂਕਿ ਤੂੰ ਕਪਟੀ ਤੇ ਫਰੇਬੀ ਇਨਸਾਨ ਹੈ। ਸਤਿਗੁਰੂ ਕਲਗੀਧਰ ਜੀ ਨੇ ਕਿਲ੍ਹਾ ਛੱਡਣ ਤੋਂ ਮਨਾਹੀ ਕਰ ਦਿੱਤੀ। ਸੁਭਾਵਕ ਸੀ, ਕਈ ਸਿੰਘ ਕਹਿਣ ਲੱਗੇ ਮਹਾਰਾਜ ਜੀ ਕਿਲ੍ਹਾ ਛੱਡ ਦਿਓ। ਸਤਿਗੁਰੂ ਕਲਗੀਧਰ ਜੀ ਕਹਿੰਦੇ ਇਹਨਾਂ ਤੇ ਭਰੋਸਾ ਨਾ ਕਰੋ, ਇਹ ਕਪਟੀ ਲੋਕ ਨੇ। ਸਿੰਘ ਕਹਿੰਦੇ ਮਹਾਰਾਜ ਉਹ ਧਰਮ ਦੀ ਸਹੁੰ ਖਾ ਰਹੇ ਨੇ। ਸਤਿਗੁਰੂ ਕਹਿੰਦੇ ਚਲੋ ਕੋਈ ਨਹੀਂ, ਤੁਹਾਨੂੰ ਫਿਰ ਇਹ ਕੌਤਕ ਵਿਖਾਉਂਦੇ ਆ। ਮਹਾਰਾਜ ਨੇ ਰਾਜੇ ਭੀਮ ਚੰਦ ਨੂੰ ਆਗਿਆ ਭੇਜੀ, ਹੁਕਮ ਕੀਤਾ ਵੀ ਸਾਨੂੰ ਗੱਡੇ ਚਾਹੀਦੇ ਨੇ, ਅਸੀਂ ਆਪ ਪਹਿਲਾਂ ਜਾਣ ਤੋਂ ਤੇ ਆਪਣਾ ਖਜ਼ਾਨਾ ਕੱਢਾਂਗੇ ਇਥੋਂ। ਗੱਡੇ ਉਹਨਾਂ ਨੇ ਭੇਜ ਦਿੱਤੇ ਵੀ ਚਲੋ ਕਿਲ੍ਹਾ ਜਿਹੜਾ ਖਾਲੀ ਹੋ ਜਾਵੇਗਾ। ਤੇ ਸਤਿਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੰਨਾ ਕੂੜ ਕਬਾੜ ਇਕੱਠਾ ਸੀ ਨਾ, ਉਹ ਸਾਰਾ ਕੁਝ ਰੇਸ਼ਮ ਦੇ ਜਿਹੜੇ ਦੁਸ਼ਾਲੇ ਸਨ ਉਹਨਾਂ ਬੰਨ ਕੇ, ਗਠੜੀਆਂ ਬੰਨ ਕੇ ਗੱਡਿਆਂ ਤੇ ਲੱਦ ਕੇ ਤੇ ਸੋਹਣੇ ਦੁਸ਼ਾਲੇ ਪਾ ਦਿੱਤੇ ਉੱਤੇ। ਰਾਤ ਦਾ ਸਮਾਂ ਤੇ ਖਜ਼ਾਨਾ ਕੱਢਿਆ ਰਾਤ ਵੇਲੇ,
ਭਾਈ ਸੰਤੋਖ ਸਿੰਘ ਹੋਰੀ ਲਿਖਦੇ ਨੇ ਕਿ ਆਪ ਮਹਾਰਾਜ ਆਨੰਦਪੁਰ ਸਾਹਿਬ ਦੇ ਕਿਲੇ ਦੇ ਉੱਪਰ ਚੜ ਗਏ ਤੇ ਸਿੰਘਾਂ ਨੂੰ ਨਾਲ ਲੈ ਲਿਆ। ਮਹਾਰਾਜ ਕਹਿੰਦੇ ਸਿੰਘੋ ਹੁਣ ਤਮਾਸ਼ਾ ਵੇਖਿਓ। ਕਹਿੰਦੇ ਜਦੋਂ ਗੱਡੇ ਬਾਹਰ ਨਿਕਲੇ ਨਾ ਆਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਤੇ ਫੌਜਾਂ ਟੁੱਟ ਕੇ ਪੈ ਗਈਆਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਖਜ਼ਾਨਾ ਜਾ ਰਿਹਾ ਹੈ। ਆਪਸ ਵਿੱਚ ਵੀ ਲੜਨ ਲੱਗ ਪਏ, ਕਿਉਂਕਿ ਜਿਹਨੂੰ ਇੱਕ ਪੋਟਲੀ ਘੱਟ ਮਿਲੀ ਉਹ ਦੂਜੇ ਕੋਲੋਂ ਖੋਹਦਾ ਹੈ, ਜਿਹਨੂੰ ਮਿਲੀ ਨਹੀਂ ਉਹ ਆਪਣਿਆਂ ਤੇ ਤਲਵਾਰ ਵਾਹੁੰਦਾ ਵੀ ਮੈਨੂੰ ਦਿਓ। ਤੇ ਭਾਈ ਸਾਹਿਬ ਜੀ ਲਿਖਦੇ ਨੇ ਵੀ ਜਿੱਥੇ ਜਾ ਕੇ ਬਹਿ ਕੇ ਉਹ ਪੂਜਾ ਕਰਦੇ ਸਨ ਨਾ, ਉਥੇ ਲਕੋ ਲਕੋ ਕੇ ਪੋਟਲੀਆਂ ਰੱਖੀਆਂ ਵੀ ਦੂਜੇ ਨੂੰ ਪਤਾ ਨਾ ਲੱਗ ਜਾਏ ਵੀ ਇਹਦੇ ਕੋਲ ਮਾਲ ਜ਼ਿਆਦਾ ਆ ਗਿਆ। ਤੇ ਸਤਿਗੁਰੂ ਮਹਾਰਾਜ ਕਲਗੀਧਰ ਜੀ ਕਹਿੰਦੇ ਖਾਲਸਾ ਜੀ ਇਹ ਵੇਖੋ ਇਹਨਾਂ ਦਾ ਹਾਲ, ਇਹ ਕੂੜੇ ਕਰਕਟ ਨੂੰ ਖਜ਼ਾਨਾ ਸਮਝ ਕੇ ਤੇ ਉਹਨੂੰ ਲੁੱਟਣ ਪੈ ਗਏ। ਤੇ ਜਦੋਂ ਤੁਸੀਂ ਨਿਕਲੋਗੇ ਤੁਹਾਡਾ ਲਿਹਾਜ਼ ਕਰਨਗੇ। ਇਹ ਉਹੀ ਲੋਕ ਨੇ ਨਾ ਜਿਹੜੇ ਧਰਮ ਗ੍ਰੰਥਾਂ ਦੀ ਸਹੁੰ ਖਾਂਦੇ ਸਨ ਵੀ ਕਿਲਾ ਛੱਡ ਦਿਓ ਕੁਝ ਨਹੀਂ ਆਖਾਂਗੇ। ਸਤਿਗੁਰੂ ਕਹਿੰਦੇ ਇਹਨਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ, ਦੁਸ਼ਮਣ ਤੋਂ ਚੁਕੰਨਾ ਰਹਿਣਾ ਚਾਹੀਦਾ, ਸਾਵਧਾਨ ਸੁਚੇਤ ਰਹਿਣਾ ਚਾਹੀਦਾ। ਬੜੇ ਪਛਤਾਏ ਜੀ ਬਾਅਦ ਵਿੱਚ ਜਦੋਂ ਉਹਨਾਂ ਪੋਟਲੀਆਂ ਖੋਲੀਆਂ, ਕੂੜਾ ਨਿਕਲਿਆ, ਫਿਰ ਮਾਫੀ ਵੀ ਮੰਗੀ। ਮਹਾਰਾਜ ਹੁਣ ਕੁਝ ਨਹੀਂ ਕਵਾਂਗੇ। ਅਖੀਰ ਫਿਰ ਕਈ ਸਿੰਘਾਂ ਬਦਾਵਾ ਲਿਖਿਆ ਮਹਾਰਾਜ ਨੂੰ। ਸਤਿਗੁਰੂ ਜੀ ਕਹਿਣ ਲੱਗੇ ਭਾਈ ਜਿਹੜੇ ਸਿੰਘ ਰਹਿ ਗਏ ਸਨ ਨਾ ਉਹਨਾਂ ਨੂੰ ਇੱਕ ਬਚਨ ਆਖਿਆ ਕਲਗੀਧਰ ਜੀ ਨੇ, ਸਿੰਘੋ ਤੁਸੀਂ ਵੀ ਜਾਓ। ਉਹ ਸਿੰਘ ਕਹਿੰਦੇ ਗਰੀਬ ਨਵਾਜ ਸੱਚੇ ਪਾਤਸ਼ਾਹ ਅਸਾਂ ਆਪਣਾ ਜੀਵਨ ਤੁਹਾਨੂੰ ਸਮਰਪਿਤ ਕੀਤਾ ਹੈ, ਅੰਤਲੇ ਸਾਹ ਤੱਕ ਆਪ ਜੀ ਦੇ ਸਾਥ ਨਿਭਾਂਗੇ ਤੇ ਤੁਹਾਡੇ ਲਈ ਜੂਝ ਕੇ ਮਰਾਂਗੇ, ਭਾਵੇਂ ਭੁੱਖਾ ਰਹਿਣਾ ਪਵੇ, ਪਿਆਸਾ ਰਹਿਣਾ ਪਵੇ। ਮਹਾਰਾਜ ਜਿਹੋ ਜਿਹਾ ਸਮਾਂ ਹੋਵੇਗਾ ਤੁਹਾਡੇ ਪ੍ਰੇਮ ਦੇ ਵਿੱਚ ਉਹ ਸਮਾਂ ਕੱਟ ਲਵਾਂਗੇ, ਪਰ ਤੁਹਾਡਾ ਸਾਥ ਛੱਡ ਕੇ ਨਹੀਂ ਮਹਾਰਾਜ ਜੀ ਜਾਵਾਂਗੇ। ਮਹਾਰਾਜ ਕਲਗੀਧਰ ਗਰੀਬ ਨਵਾਜ ਜੀ ਨੇ ਫੈਸਲਾ ਕੀਤਾ। ਜਦੋਂ ਬਦਾਵੀਏ ਸਿੰਘ ਉੱਥੋਂ ਨਿਕਲੇ ਤੇ ਸਤਿਗੁਰਾਂ ਨੇ ਵੀ ਫੈਸਲਾ ਕੀਤਾ ਵੀ ਹੁਣ ਜਾਣਾ ਚਾਹੀਦਾ। ਉਹਦਾ ਕਾਰਨ ਸੀ ਕਿਉਂਕਿ ਜਿਹੜੇ ਸਿੰਘ ਨਿਕਲ ਚੁੱਕੇ ਸਨ, ਮਹਾਰਾਜ ਨੂੰ ਪਤਾ ਸੀ ਵੀ ਇਹਨਾਂ ਸਿੰਘਾਂ ਤੇ ਹਮਲਾ ਹੋਵੇਗਾ ਤੇ ਫਿਰ ਇਹ ਨਾ ਹੋਵੇ ਕਿ ਕਿਤੇ ਸਾਰੇ ਸਿੰਘ ਸ਼ਹੀਦ ਹੋ ਜਾਣ। ਉਹਨਾਂ ਸਿੰਘਾਂ ਦੇ ਪਿੱਛੇ ਪਿੱਛੇ ਮਹਾਰਾਜ ਕਲਗੀਧਰ ਜੀ ਨੇ ਰਾਤ ਨਿਕਲਣ ਦਾ ਵਿਚਾਰ ਵਟਾਂਦਰਾ ਕੀਤਾ ਜੀ। ਤਿਆਰੀ ਕੀਤੀ ਗਈ, ਪਰਿਵਾਰ ਨਾਲ ਲਿਆ। ਰਾਤ ਨੂੰ ਕਿਲੇ ਦਾ ਦਰਵਾਜ਼ਾ ਖੁੱਲਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਤੁਰ ਪਏ। ਤੇ ਗਰੀਬ ਨਵਾਜ ਜੀ ਨੇ ਹੁਕਮ ਕੀਤਾ ਕਿ ਆਪਾਂ ਰੋਪੜ ਸਾਰੇ ਜਾਣੇ ਮਿਲਾਂਗੇ। ਇੱਥੇ ਰੋਪੜ ਸਤਿਗੁਰਾਂ ਨੇ ਮਿਲਣਾ ਸੀ ਵੀ ਜੇ ਕੋਈ ਸਿੰਘ ਵਿਛੜ ਵੀ ਜਾਏ ਵੀ ਰਾਤ ਦਾ ਸਮਾਂ ਤੇ ਸਭ ਨੇ ਰੋਪੜ ਇਕੱਠੇ ਹੋਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਇੱਥੋਂ ਨਿਕਲਦੇ ਨੇ ਤੇ ਤੁਰਕਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਹਮਲਾ ਕਰ ਦਿੱਤਾ ਗੁਰੂ ਸਾਹਿਬ ਜੀ ਉੱਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੰਘ ਲੜਦੇ ਲੜਦੇ ਸਰਸਾ ਦੇ ਕੰਢੇ ਤੇ ਪਹੁੰਚੇ। ਉੱਥੇ ਗਹਿ ਗੱਚ ਲੜਾਈ ਹੋਈ ਸਰਸਾ ਦੇ ਕੰਢੇ ਤੇ। ਜਾਣਾ ਤਾਂ ਰੋਪੜ ਸੀ ਪਰ ਰੋਪੜ ਨਾ ਜਾ ਸਕੇ, ਪਰਿਵਾਰ ਵਿਛੋੜਾ ਹੋਇਆ। ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਗੰਗੂ ਦੇ ਪਿੰਡ ਵੱਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਿਲ, ਭਾਈ ਮਨੀ ਸਿੰਘ ਜੀ ਦਿੱਲੀ ਦੀਆਂ ਸੰਗਤਾਂ ਨਾਲ ਦਿੱਲੀ ਨੂੰ ਚਲੇ ਗਏ। ਮਹਾਰਾਜ ਕਲਗੀਧਰ ਜੀ ਰੋਪੜ ਨੂੰ ਨਿਕਲੇ। ਪਰ ਜਦੋਂ ਸਤਿਗੁਰੂ ਮਹਾਰਾਜ ਜੀ ਨਿਹੰਗ ਖਾਂ ਕੋਟਲਾ ਜਦੋਂ ਉੱਥੇ ਪਹੁੰਚੇ ਨੇ ਵਿਸ਼ਰਾਮ ਕਰਦੇ ਤੇ ਸੁਨੇਹਾ ਮਿਲਿਆ ਮਹਾਰਾਜ ਨੂੰ। ਰੋਪੜ ਜਾ ਰਹੇ ਸਨ, ਸੁਨੇਹਾ ਮਿਲਿਆ ਕਿ ਮਹਾਰਾਜ ਫੌਜਾਂ ਪਿੱਛਾ ਕਰਦੀਆਂ ਆ ਰਹੀਆਂ। ਕੁਝ ਫੌਜਾਂ ਜਿਹੜੀਆਂ ਨੇ ਉਹ ਦਿੱਲੀ ਤੋਂ ਵੀ ਪਹੁੰਚੀਆਂ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਫਿਰ ਰੁਖ ਚਮਕੌਰ ਸਾਹਿਬ ਨੂੰ ਕੀਤਾ। ਬਾਕੀ ਜਿਹੜਾ ਇਤਿਹਾਸ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰਾਂਗੇ। ਜਿਹੜਾ ਜਿਹੜਾ ਦਿਨ ਆਵੇਗਾ ਸ਼ਹਾਦਤਾਂ ਦਾ, ਉਸ ਇਤਿਹਾਸ ਦੀ ਵਿਚਾਰ ਕਰਾਂਗੇ। ਅੱਜ ਦੇ ਦਿਨ ਮੇਰੇ ਪਾਤਸ਼ਾਹ ਕਲਗੀਧਰ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਔਰ ਬੜੀ ਵੱਡੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹੈ। ਔਰ ਅਸੀਂ ਚਾਹ ਕੇ ਵੀ ਆਪਣਾ ਰੋਮ ਰੋਮ ਵਾਰ ਕੇ ਵੀ, ਰੋਮ ਰੋਮ ਕਟਾ ਕੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੀਤੀ ਕੁਰਬਾਨੀ ਦਾ ਕਰਜ਼ਾ ਨਹੀਂ ਉਤਾਰ ਸਕਦੇ। ਬਸ ਇੰਨੀ ਕੀ ਬੇਨਤੀ ਹੈ,
ਉਸ ਦਸ਼ਮੇਸ਼ ਪਿਤਾ ਦਇਆਨਿਧ ਸੁਆਮੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਅਸੀਂ ਯਾਦ ਰੱਖੀਏ। ਹਰ ਸਾਲ ਉਹਨਾਂ ਦੇ ਚਰਨਾਂ ਵਿੱਚ ਜਿੱਥੇ ਨਮਸਤਕ ਹੁੰਨੇ ਆ, ਉੱਥੇ ਰੋਜ਼ ਹੀ ਉਹਨਾਂ ਦੇ ਚਰਨਾਂ ਵਿੱਚ ਨਮਸਤਕ ਹੋਈਏ, ਉਹਨਾਂ ਨੂੰ ਯਾਦ ਕਰੀਏ, ਬਾਣੀ ਪੜ੍ਹੀਏ ਤੇ ਸਾਹਿਬ ਦੇ ਕਹੇ ਹੋਏ ਬਚਨਾਂ ਦੀ ਕਮਾਈ ਕਰੀਏ। ਆਓ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਮਹਾਰਾਜ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਨੇ। ਪ੍ਰੇਮ ਨਾਲ ਸਾਹਿਬ ਜੀ ਦਾ ਪਾਵਨ ਉਪਦੇਸ਼ ਸਰਵਣ ਕਰੀਏ। ਮਨ ਦੀ ਇਕਾਗਰਤਾ ਬਣਾਉਣ ਵਾਸਤੇ ਸਮੂਹ ਗੁਰਸਿੱਖ ਸੰਗਤਾਂ ਪ੍ਰੇਮ ਨਾਲ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਤੁਮ ਸਮਰਥਾ ਕਾਰਨ ਕਰਨ। ਰਾਗ ਬਿਲਾਵਲ। ਬਿਲਾਵਲ ਦਾ ਆਖਰੀ ਅਰਥ ਹੈ ਜੀ ਆਨੰਦ। ਬਿਲਾਵਲ ਤਬ ਹੀ ਕੀਜੀਐ ਜਬ ਮੁਖ ਹੋਵੇ ਨਾਮ। ਕਦੋਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ? ਜਦੋਂ ਮੁਖ ਵਿੱਚ ਪਰਮੇਸ਼ਰ ਦਾ ਨਾਮ ਹੋਵੇ। ਬਿਲਾਵਲ ਦਾ ਰੰਗ ਤੇ ਆਨੰਦ ਖਿੜਦਾ ਹੀ ਉਦੋਂ ਹੈ। ਰਾਗ ਬਿਲਾਵਲ ਅੰਦਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਰਹਿਮਤਾਂ ਕਰ ਰਹੇ ਨੇ। ਤੁਮ ਸਮਰੱਥਾ, ਹੇ ਵਾਹਿਗੁਰੂ ਆਪ ਜੀ ਸਮਰੱਥ ਹੋ, ਜੋ ਚਾਹੋ ਉਹ ਕਰ ਸਕਦੇ ਹੋ। ਸੰਸਾਰ ਦੇ ਅੰਦਰ ਜੋ ਕੁਝ ਵੀ ਹੋ ਰਿਹਾ ਹੈ, ਇਹ ਸਾਰੀ ਕਲਾ ਉਸੇ ਦੀ ਵਰਤ ਰਹੀ ਹੈ। ਨਾਲ ਬਚਨ ਆ ਗਿਆ ਜੀ, ਕਾਰਨ ਕਰਨ ਸਮੂਹ ਕਾਰਨਾਂ ਨੂੰ ਕਰਨ ਵਾਲੇ ਤੁਸੀਂ ਹੋ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੁਹਾਡੇ ਤੋਂ ਬਿਨਾ ਹੋਰ ਕੋਈ ਦੂਜਾ ਕੁਝ ਕਰਨ ਨੂੰ ਸਮਰੱਥ ਨਹੀਂ। ਇੱਕ ਆਪ ਜੀ ਹੋ, ਜੋ ਚਾਹੋ ਉਹ ਕਰ ਸਕਦੇ ਹੋ। ਅਸਲ ਵਿੱਚ ਮਨੁੱਖਤਾ ਦੇ ਮਨ ਦੇ ਅੰਦਰ ਜਿਹੜੀ ਹੀਨ ਭਾਵਨਾ ਹੈ ਨਾ ਪਰਮੇਸ਼ਰ ਦੇ ਪ੍ਰਤੀ, ਨਿਰੰਕਾਰ ਦੇ ਪ੍ਰਤੀ, ਉਸ ਹੀਣ ਭਾਵਨਾ ਨੂੰ ਨਿਵਰਤ ਕਰਨ ਵਾਸਤੇ ਮਹਾਰਾਜ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਜਿਹੜੇ ਬਚਨ ਨੇ ਨਾ, ਭਿਖਾਰੀ ਤੇ ਰਾਜ ਕਰਾਵੈ ਰਾਜੇ ਤੇ ਭਿਖਾਰੀ। ਭਿਖਾਰੀ ਕੋਲੋਂ ਉਹ ਰਾਜ ਕਰਾ ਸਕਦਾ ਤੇ ਰਾਜੇ ਨੂੰ ਉਹ ਭਿਖਾਰੀ ਬਣਾ ਸਕਦਾ ਹੈ। ਐਸੀ ਸਮਰੱਥਾ ਹੈ ਉਸ ਅਕਾਲ ਪੁਰਖ ਦੀ। ਸ਼ਾਇਦ ਇਸ ਗੱਲ ਨੂੰ ਸਮਝਣ ਲਈ ਇਹ ਉਦਾਹਰਣ ਬਹੁਤ ਹੈ। ਜਦੋਂ ਉਹ ਰਾਜ ਕਰਾਉਣਾ ਚਾਹੇ ਕਿਸੇ ਕੋਲੋਂ ਰਾਜ ਕਰਾ ਸਕਦਾ। ਜਿਵੇਂ ਦਸਤਗੀਰ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ ਨਾ, ਸਵਾਲ ਬੜੇ ਕੀਤੇ ਸਨ ਉਹਨੇ। ਇੱਕ ਸਵਾਲ ਸੀ, ਕਹਿੰਦਾ ਜੀ ਰੱਬ ਕੀ ਕਰਦਾ ਆ? ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਦਸਤਗੀਰ ਏਦਾਂ ਕਰ, ਜਿਹੜੇ ਤਖਤ ਤੇ ਬੈਠਾ ਸੀ, ਕਿਉਂਕਿ ਹੁਕਮਰਾਨ ਵੀ ਸੀਗਾ ਸਮੇਂ ਦਾ, ਪੀਰ ਵੀ ਸੀ, ਹੁਕਮਰਾਨ ਵੀ ਸੀਗਾ, ਰਾਜਾ ਸੀ। ਮਹਾਰਾਜ ਜੀ ਕਹਿੰਦੇ ਤਖਤ ਤੋਂ ਖੜਾ ਹੋ। ਇਹ ਆਖਰੀ ਸਵਾਲ ਸੀਗਾ ਜੀ ਦਸਤਗੀਰ ਦਾ। ਇਸ ਤੋਂ ਪਹਿਲਾਂ ਮਹਾਰਾਜ ਨੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਨਾ, ਉਹ ਸ਼ਰਧਾਲੂ ਬਣ ਗਿਆ। ਸਾਹਿਬ ਦਾ ਕਿਹਾ ਹੋਇਆ ਬਚਨ ਮੰਨ ਕੇ ਨਾ, ਉਹ ਜਦੋਂ ਤਖਤ ਤੋਂ ਉੱਠਿਆ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਤਖਤ ਤੇ ਬਹਿ ਗਏ। ਗੁਰੂ ਸਾਹਿਬ ਜੀ ਕਹਿਣ ਲੱਗੇ ਰੱਬ ਇਹ ਕਰਦਾ। ਕਹਿੰਦਾ ਜੀ ਸਮਝ ਨਹੀਂ ਆਈ। ਮਹਾਰਾਜ ਕਹਿੰਦੇ ਵੇਖ, ਜਿੱਥੇ ਤੂੰ ਬੈਠਾ ਸੀ ਇੱਥੇ ਮੈਂ ਬੈਠਾ, ਜਿੱਥੇ ਮੈਂ ਖਲੋਤਾ ਸੀ ਉੱਥੇ ਤੂੰ ਖਲੋਤਾ ਹੈ। ਉਹ ਭਿਖਾਰੀ ਕੋਲੋਂ ਰਾਜ ਕਰਾਉਂਦਾ ਹੈ, ਰਾਜੇ ਨੂੰ ਭਿਖਾਰੀ ਬਣਾ ਦਿੰਦਾ। ਤੂੰ ਕਹਿੰਦਾ ਸੀ ਵੀ ਰੱਬ ਕੀ ਕਰਦਾ? ਰੱਬ ਇਹ ਕਰਦਾ। ਇਹ ਉਹਦੀ ਸਮਰੱਥਾ ਹੈ ਅਕਾਲ ਪੁਰਖ ਦੀ। ਜੇ ਚਾਹੇ ਇੱਕ ਪਲ ਵਿੱਚ ਭਿਖਾਰੀ ਕੋਲੋਂ ਰਾਜ ਕਰਾ ਸਕਦਾ, ਇੱਕ ਪਲ ਦੇ ਅੰਦਰ। ਤੁਮ ਸਮਰੱਥਾ, ਤੁਸੀਂ ਸਮਰੱਥ ਹੋ ਸਮੂਹ ਕਾਰਨਾਂ ਨੂੰ ਕਰਨ ਵਾਲੇ ਅਕਾਲ ਪੁਰਖ ਜੀ। ਹਾਂਜੀ। ਢਾਕਨ ਢਾਕ ਗੋਬਿੰਦ ਗੁਰ ਮੇਰੇ, ਮੋਹਿ ਅਪਰਾਧੀ ਸਰਨ ਚਰਨ। ਸਤਿਗੁਰੂ ਕਹਿੰਦੇ ਨੇ ਕਿ ਹੇ ਗੋਬਿੰਦ ਗੁਰੂ ਸਾਹਿਬ ਜੀਓ, ਆਪ ਜੀ ਮੇਰੇ ਪਰਦੇ ਢੱਕਣ ਵਾਲੇ ਹੋ। ਜਿੱਥੇ ਸਾਰੇ ਸੰਸਾਰ ਦੇ ਪਰਦੇ ਢੱਕਦੇ ਹੋ ਤੇ ਕਿਰਪਾ ਕਰੋ ਮਹਾਰਾਜ ਮੇਰੇ ਔਗਣਾਂ ਦੇ ਵੀ ਪਰਦੇ ਢੱਕ ਦਿਓ ਆਪ ਜੀ।
ਮੇਰੇ ਤੇ ਵੀ ਰਹਿਮਤਾਂ ਕਰ ਦਿਓ। ਜਦੋਂ ਸਮਰੱਥਾ ਦੀ ਗੱਲ ਚੱਲੀ ਹੈ, ਜਿੱਥੇ ਸਾਰੇ ਸੰਸਾਰ ਨੂੰ ਬਣਾਉਣ ਦੀ ਸਮਰੱਥਾ ਇੱਕ ਪਲ ਵਿੱਚ, ਜਿੱਥੇ ਸੰਸਾਰ ਨੂੰ ਸਿਰਜਣ ਦੀ ਸਮਰੱਥਾ ਹੈ, ਜਿੱਥੇ ਭਿਖਾਰੀ ਤੋਂ ਰਾਜ ਕਰਾਉਣ ਦੀ ਸਮਰੱਥਾ ਹੈ, ਤੇ ਐਸੀ ਦਇਆ ਕਰੋ ਹੇ ਗੋਬਿੰਦ ਜੀ, ਮੇਰੇ ਔਗਣ ਬੜੇ ਨੇ, ਤੇ ਕਿਰਪਾ ਕਰਕੇ ਮਹਾਰਾਜ ਮੇਰੇ ਔਗਣ ਢੱਕ ਦਿਓ। ਢਾਕਨ ਢਾਕ ਗੋਬਿੰਦ ਗੁਰ ਮੇਰੇ, ਹੇ ਗੋਬਿੰਦ ਸਤਿਗੁਰ ਜੀਓ, ਕਿਰਪਾ ਕਰੋ ਮਹਾਰਾਜ ਮੇਰੇ ਔਗਣਾਂ ਨੂੰ ਢੱਕ ਲਓ। ਵੈਸੇ ਪਰਮੇਸ਼ਰ ਅਕਾਲ ਪੁਰਖ ਜੀ ਵੇਖੋ, ਬਚਪਨ ਤੋਂ ਲੈ ਕੇ ਅੰਤ ਤੱਕ ਬੰਦੇ ਦੇ ਔਗਣਾਂ ਤੇ ਪੜਦਾ ਹੀ ਪਾਉਂਦੇ ਨੇ। ਆਪਾਂ ਰੋਜ਼ ਪੜਦੇ ਆ ਨਾ, ਜਿਹੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ। ਛਿਦਰ ਦਾ ਭਾਵ ਕਮਜ਼ੋਰੀਆਂ, ਛਿਦਰ ਦਾ ਭਾਵ ਅਪਰਾਧ, ਸਾਡੇ ਕੀਤੇ ਔਗਣ। ਤੋ ਅਕਾਲ ਪੁਰਖ ਸਾਡੇ ਕੀਤੇ ਔਗਣਾਂ ਨੂੰ ਢੱਕਦਾ ਰਹਿੰਦਾ। ਹੁਣ ਆਪਾਂ ਬੈਠੇ ਆ, ਪਤਾ ਨਹੀਂ ਕਿ ਮੇਰੇ ਵਰਗਾ ਮਨ 'ਚ ਕੀ ਸੋਚਦਾ ਹੋਵੇਗਾ, ਦੂਸਰੇ ਨੂੰ ਤਾਂ ਨਹੀਂ ਨਾ ਪਤਾ, ਪਰ ਗੁਰ ਪਰਮੇਸ਼ਰ ਜੀ ਜਾਣਦੇ ਕਿ ਮੇਰੇ ਮਨ ਅੰਦਰ ਕੀ ਚੱਲਦਾ ਹੈ। ਨਮਾਜ਼ ਪੜ੍ਹਨ ਵੇਲੇ ਕਿਸੇ ਨੂੰ ਨਹੀਂ ਸੀ ਪਤਾ ਵੀ ਦੌਲਤ ਖਾਂ ਕੀ ਸੋਚਦਾ ਹੈ, ਕਾਜੀ ਕੀ ਸੋਚਦਾ ਹੈ, ਪਰ ਗੁਰੂ ਨਾਨਕ ਸਾਹਿਬ ਜੀ ਜਾਣਦੇ ਸਨ ਵੀ ਇਹ ਕੀ ਸੋਚ ਰਹੇ ਨੇ। ਕਿਉਂ? ਮਨ ਦੇ ਉੱਤੇ ਪਕੜ ਗੁਰੂ ਦੀ ਹੈ, ਕਿਸੇ ਹੋਰ ਦੀ ਨਹੀਂ। ਜੋ ਮਨ 'ਚ ਪਾਪ ਚੱਲਦਾ ਪਿਆ ਹੈ, ਇਸ ਪਾਪ ਨੂੰ ਗੁਰੂ ਜਾਣਦਾ, ਪਰ ਉਹ ਪ੍ਰਗਟ ਨਹੀਂ ਕਰਦਾ, ਕਦੇ ਜ਼ਾਹਰ ਨਹੀਂ ਕਰਦਾ, ਉਹ ਢੱਕ ਲੈਂਦਾ ਪਰਦਾ ਪਾ ਕੇ। ਜੇ ਕਿਤੇ ਸਾਨੂੰ ਪਤਾ ਲੱਗ ਜਾਏ ਕਿਸੇ ਦਾ ਔਗਣ, ਤੇ ਜਿੰਨੀ ਦੇਰ ਤੱਕ 10 ਪਿੰਡਾਂ ਤੱਕ ਆਵਾਜ਼ ਨਹੀਂ ਪਹੁੰਚਦੀ, ਆਪਾਂ ਟਿਕ ਕੇ ਨਹੀਂ ਬਹਿੰਦੇ। ਅੱਜ ਕੱਲ ਤਾਂ ਜ਼ਮਾਨਾ ਵੀ ਸੋਸ਼ਲ ਮੀਡੀਆ ਦਾ, ਗੱਲ ਨਾ ਵੀ ਪੂਰੀ ਪਤਾ ਹੋਵੇ ਤੇ ਅਸੀਂ ਰੌਲਾ ਪਾਣਾ ਸ਼ੁਰੂ ਕਰ ਦਿੰਦੇ ਹਾਂ। ਇਹਦਾ ਕਾਰਨ ਕੀ ਹੈ? ਉਦਾਹਰਣ ਦੇਣ ਦਾ ਕਾਰਨ ਇਹ ਹੈ ਕਿ ਸਾਨੂੰ ਕਦੇ ਆਪਣੇ ਔਗਣ ਨਹੀਂ ਦਿਸਦੇ ਹੁੰਦੇ, ਅਸੀਂ ਹਮੇਸ਼ਾ ਦੂਜੇ ਦੇ ਔਗਣ ਵੇਖ ਕੇ ਉਹਦਾ ਪਰਦਾ ਉਘੇੜਦੇ ਹਾਂ। ਤੇ ਮੇਰੇ ਪਾਤਸ਼ਾਹ ਕਹਿੰਦੇ, ਅਜੀਬ, ਕਦੇ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਤੇ ਰੱਬ ਦਾ ਸ਼ੁਕਰਾਨਾ ਕਰਿਆ ਕਰ, ਉਸ ਵਾਹਿਗੁਰੂ ਨੂੰ ਤੇਰੇ ਕਿੰਨੇ ਔਗਣਾਂ ਤੇ ਪਰਦਾ ਪਾਇਆ ਹੋਇਆ। ਕਦੇ ਆਪਣੇ ਔਗਣਾਂ ਨੂੰ ਵੀ ਵਿਚਾਰ। ਦੂਜੇ ਤਾਂ ਔਗਣ, ਦੂਜਿਆਂ ਦੇ ਔਗਣ ਤਾਂ ਬੜੇ ਪਰਖਦਾ ਹੈ, ਬੜੇ ਵੇਖਦਾ। ਇੱਕ ਨਾ ਫਕੀਰ ਘੁੰਗਣੀਆਂ ਵੇਚਦਾ ਸੀਗਾ, ਤੇ ਜੇ ਕਿਸੇ ਨੇ ਕਹਿੰਦੇ ਖੋਟਾ ਪੈਸਾ ਦੇ ਦੇਣਾ ਤੇ ਉਹਨੇ ਲੈ ਕੇ ਰੱਖ ਲੈਣਾ, ਘੁੰਗਣੀਆਂ ਦੇ ਦੇਣੀਆਂ ਬਦਲੇ 'ਚ। ਇੱਕ ਦਿਨ ਕੀ ਹੋਇਆ ਵੀ ਹੁਣ ਸੁਭਾਵਕ ਜਿਹੜੇ ਲੋਕ ਵੀ, ਸਾਨੂੰ ਨਾ ਸੋਚਿਆ ਵੀ ਇਹ ਫਕੀਰ ਖੋਟਾ ਪੈਸਾ ਲੈ ਲੈਂਦਾ, ਵੀ ਚਲੋ ਕੋਈ ਨਹੀਂ ਇਹਨੂੰ ਖੋਟੇ ਪੈਸੇ ਹੀ ਦੇਈ ਜਾਓ। ਹੁਣ ਉਹ ਤਾਂ ਕਿਸੇ ਹੋਰ ਭਾਵ ਦੇ ਵਿੱਚ ਬੈਠਾ ਸੀ, ਮਾਲਕ ਦੀ ਯਾਦ ਵਿੱਚ ਜੁੜਿਆ ਹੋਇਆ। ਖੋਟੇ ਪੈਸੇ ਜਦੋਂ ਲੈ ਲਏ ਤੇ ਹੁਣ ਖੋਟੇ ਪੈਸੇ ਇਕੱਠੇ ਹੋ ਗਏ। ਤੇ ਅਗਲੇ ਦਿਨ ਜਦੋਂ ਸਵੇਰੇ ਘੁੰਗਣੀਆਂ ਵੇਚਣ ਜਾਣਾ ਸੀ, ਤੇ ਉਹਨਾਂ ਦੀ ਸੁਪਤਨੀ ਜਿਹੜੀ, ਉਹਨੇ ਘੁੰਗਣੀਆਂ ਬਣਾਈਆਂ ਨਹੀਂ। ਕਹਿੰਦਾ ਘੁੰਗਣੀਆਂ ਨਹੀਂ ਬਣਾਈਆਂ ਅੱਜ ਤੁਸੀਂ? ਸੁਪਤਨੀ ਨੇ ਜਵਾਬ ਦਿੱਤਾ, ਘੁੰਗਣੀਆਂ ਖਰੀਦਣੀਆਂ ਕਾਹਦੇ ਨਾਲ ਨੇ? ਚਣੇ ਖਰੀਦਾਂਗੇ ਤੇ ਘੁੰਗਣੀਆਂ ਬਣਨਗੀਆਂ। ਕਹਿੰਦੇ ਖਰੀਦੀਆਂ ਕਿਉਂ ਨਹੀਂ? ਕਹਿੰਦੇ ਆ ਖੋਟੇ ਪੈਸੇ ਤਾਂ ਇਕੱਠੇ ਕੀਤੇ ਹੋਏ ਨੇ, ਇਹਨੂੰ ਕੋਈ ਨਹੀਂ ਲੈਂਦਾ। ਕਹਿੰਦੇ ਤੁਸੀਂ ਖੋਟੇ ਪੈਸੇ ਕਿਉਂ ਇਕੱਠੇ ਕੀਤੇ ਨੇ? ਕਹਿੰਦੇ ਮੈਂ ਇਸ ਕਰਕੇ ਕੀਤੇ ਨੇ ਕਿ ਹੇ ਪਰਮੇਸ਼ਰ, ਮੈਂ ਖੋਟ ਨਾਲ ਭਰਿਆ ਹੋਇਆ। ਜਿਸ ਦਿਨ ਤੇਰੇ ਘਰ ਦੇ ਵਿੱਚ ਮੈਂ ਆਵਾਂ, ਜਿਵੇਂ ਮੈਂ ਖੋਟੇ ਪੈਸੇ ਕਬੂਲ ਕਰਦਾ ਨਾ, ਆ ਖੋਟਾ ਸਿੱਕਾ ਵੀ ਦਰ ਤੇ ਕਬੂਲ ਕਰ ਲਈ ਵਾਹਿਗੁਰੂ, ਜਿਸ ਦਿਨ ਮੈਂ ਤੇਰੇ ਘਰ ਦੇ ਵਿੱਚ ਆਵਾਂ। ਕਹਿੰਦੇ ਜਦੋਂ ਮੈਂ ਖੋਟਾ ਆ ਤੇ ਮੈਂ ਖੋਟਾ ਸਿੱਕਾ ਵਾਪਸ ਕਿਵੇਂ ਮੋੜ ਸਕਦਾ ਆ? ਵੇਖੋ, ਭਗਤੀ ਕਰਨ ਵਾਲੇ ਇਤਨੀ ਸੂਖਸ਼ਮਤਾ ਦੇ ਵਿੱਚ ਚਲੇ ਗਏ ਕਿ ਉਹਨਾਂ ਨੇ ਕਦੇ ਖੋਟਾ ਸਿੱਕਾ ਵੀ ਵਾਪਸ ਨਹੀਂ ਮੋੜਿਆ। ਕਹਿੰਦੇ ਇਹ ਵੀ ਕਬੂਲ ਹੈ, ਕਿਉਂਕਿ ਅਸੀਂ ਆਪ ਖੋਟੇ ਹਾਂ। ਜਿਸ ਦਿਨ ਪਰਮੇਸ਼ਰ ਦੀ ਦਰਗਾਹ ਵਿੱਚ ਜਾਵਾਂਗੇ, ਉਹ ਪਰਮੇਸ਼ਰ ਸਾਨੂੰ ਖੋਟੇ ਸਿੱਕੇ ਜਾਣ ਕੇ ਆਪਣੇ ਦਰ ਦੇ ਉੱਤੇ ਕਬੂਲ ਲਏਗਾ। ਗੁਰਮੁਖੋ, ਦੂਜਿਆਂ ਦੇ ਔਗਣ ਫਰੋਲਣ ਨਾਲੋਂ ਚੰਗਾ ਹੈ ਕਿ ਅਸੀਂ ਆਪਣੇ ਅੰਦਰ ਦੇ ਖੋਟੇ ਸਿੱਕੇ ਨੂੰ ਲੱਭ ਲਈਏ, ਆਪਣੇ ਆਪ ਨੂੰ ਫਰੋਲ ਲਈਏ, ਤਾਂ ਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਜਾਈਏ ਤੇ ਇੱਕ ਤਰਸ ਗੁਰੂ ਨਾਨਕ ਸਾਹਿਬ ਦਾ ਸਾਨੂੰ ਪ੍ਰਾਪਤ ਹੋ ਜਾਵੇ
कि ये खोटा सिक्का आया, इनू बाहर नहीं सुटना, क्योंकि उत्थे तां खजाने विच खरा सिक्का ही पाया जाता है। खोटा सिक्का तां बाहर सुट दिता जाता ना, खरे खजाने पाइए खोटे सुटिए बाहर बाहर। पर सतगुरां दे चरनां विच आके ढह के अरदास करिए, महाराज तेरे दर दे खोटे सिक्किया जिस दिन तुहाडे घर दे विच आईए उस दिन बांह फड़ के सानू भी अपने खजाने पा लिओ। ये अरदास करिए। सतगुरु कहंदे हन, हे गोबिंद जी मेरे सतगुरु तुसीं पड़दे ढकण वाले हो, मोहे अपराधी मैं अपराधी हाँ, तुहाडे पवित्र चरनां दी शरण विच आया ते रहमत करियो जी, शरण आए दी लाज रखियो, मेरे पड़दे कज लियो महाराज। ते साहब ने एक बड़ा प्यारा बचन उचारिया, प्रेम पटोला तैसै दिता ढकण कूपत मेरी, दाना बीना साई मेंढा नानक सार ना जाना तेरी। बड़े औगण सन वाहिगुरु, पर तू प्रेम दा पटोला बस्तर। पटोला किनू कहंदे? अज कल तां साडे गाउण वालियां ने लिखण वालियां ने ये शब्द की दुरवरतों की जी। राजस्थान विच अज भी पटोला उस बस्तर नूं कहंदे ने जिहड़ा बस्तर नवीं दुल्हन नूं पहनाया जांदा, लाल रंग दा बस्तर, उहनूं पटोला कहंदे ने। सतगुरु कहंदे वाहिगुरु तू दया करके मैनू प्रेम दा बस्तर दे दिता, प्रेम दा पटोला बख्शिश कर दिता। क्यों? ढकण को पत मेरी, मेरी पत ढकण वास्ते। तुसी सारा कुछ वेखण वाले हो, जानदे हो, पर वाहिगुरु मैं तुहाडी सार नूं नहीं जाणिया। तुसी मेरी पत भी ढक लई, मेरी इज्जत ढक लई, मेरे पर्दे ढक लए, पर मैं तुहाडी सार नूं नहीं जाणिया। हे वाहिगुरु मैं अपराधी तुहाडे चरनां दी शरण विच चल के आया हां। रहाओ जो जो किनो सो तुम जानियो पेखियो, ठौर नाही कश टीठ मुकरना। हे वाहिगुरु जो जो मैं कीता है सो तुम जानियो, ओ तुसी जानदे हो, ओ तुसी जान लिया। क्योंकि वसदे तां इत्थे हिरदे दे विच हो ना, हिरदे दे विच वस के सारा कुछ वेख रहे हो जो कुछ मैं कर रहे हाँ। जैसे बाणी का एक बड़ा प्यारा बचन है ना, हट पटन बिज मंदर भन्नै, कर चोरी घर आवे, अगो देखै पिछो देखै तुझ ते कहा छिपावै। बंदा चोरी करदा, दुकान भनदा, मंदिर भनदा, घर भनदा है, अगे झाती मारदा, पिछे झाती मारदा। सतगुरु कहंदे लोकां तो तां छिपा लैंदा, पर वाहिगुरु तेरे तो किवें लुको सकेगा। कलगीधर जी ने जदों हुक्म दिता ना भी कोई आनंदपुर साहब के किले तो बाहर नहीं जाएगा, एक नगर दी संगत उन्हां नूं काली जादी सी, उन्हां विਉਂਤ बना लई भी एक सिंह नूं तख्ते ते अर्थी ते पा लिया, अर्थी ते पा के ते फिर गुरबाणी दा कीर्तन करन लग पए, बैरागमई शब्द पढ़दे ने ते सतगुर दे कन्नां च आवाज पै गई। गुरदेव कहंदे बैरागमई बाणी दा कीर्तन हुंदा भी ਸਿੰਘੋ जरा देख के आओ। एक सिंह गया जी, पुछ गिछ कीती, कहंदे महाराज अमके नगर दी संगत है, कोई सिंह चढ़ाई कर गया ते उहनूं लैके चले। उन्हां सोचिया भी इदां निकल जावांगे इथों। ते सतगुरु महाराज गुरु गोबिंद सिंह साहब जानी जान अंतरजामी पुरख विधाते जान गए, घट घट के अंतर की जानत, भले बुरे की पीर पछानत, जो जो कीनो सो तुम जाने हो। जान गए ना। सतगुरु कहंदे लियाओ भाई साडा सिंह साडे नगर विच इथे चढ़ाई कर गया, हथी संस्कार करांगे इहदा। ते ਸਿੰਘਾਂ ने जाके सुनिया दिता भी महाराज गुरदेव जी का हुक्म होया भी इहदा संस्कार इत्थे ही करना है। बस जिहड़ा अर्थी ते लम्मा पिया सी वो सोचे भी उंज तां भावें ना हुंदा पर हुण जरूर होवेगा, उंज तां भावें ना हुंदा। सतगुरु सच्चे पातशाह महाराज ने कोल सद लिया, आख्या ਸਿੰਘੋ चिखा चिणो। जदों चिखा चिणी
ਤੇ ਚਿਖਾ ਦੇ ਉੱਤੇ ਸਰੀਰ ਰੱਖਿਆ। ਉਹ ਸਿੰਘ ਸੋਚਦਾ ਰਿਹਾ ਵੀ ਚਲੋ ਕੋਈ ਨਹੀਂ, ਵੀ ਸ਼ਾਇਦ ਵੀ ਇੱਥੇ ਹੀ ਰੁਕ ਜਾਣਗੇ। ਪਰ ਮਹਾਰਾਜ ਕਲਗੀਧਰ ਜੀ ਨੇ ਚੰਡੀ ਪ੍ਰਗਟ ਕਰ ਲਈ, ਜਿਹੜੀ ਅੱਗ ਸੀ ਉਹ ਲੈ ਲਈ। ਤੇ ਸਤਿਗੁਰੂ ਜਦੋਂ ਚਿਖਾ ਨੂੰ ਅੱਗ ਦੇਣ ਲੱਗੇ ਤੇ ਉਹ ਛਾਲ ਮਾਰ ਕੇ ਉੱਠ ਪਿਆ, ਮਹਾਰਾਜ ਦੇ ਚਰਨਾਂ ਤੇ ਟਹਿ ਪਿਆ। ਹੇ ਗੁਰਦੇਵ ਪਿਤਾ, ਮੇਰੇ ਕੋਲੋਂ ਗਲਤੀ ਹੋ ਗਈ ਹੈ। ਸਤਿਗੁਰੂ ਕੀ ਕਰਦੇ, ਪਰਿਵਾਰ ਪਿੱਛੇ ਨੇ। ਆਪ ਜੀ ਨੇ ਹੁਕਮ ਕੀਤਾ ਕਿਸੇ ਨੂੰ ਜਾਣ ਨਹੀਂ ਦੇਣਾ, ਤੇ ਪਾਤਸ਼ਾਹ ਰਹਿ ਵੀ ਨਹੀਂ ਸੀ ਸਕਦੇ, ਜਾਣਾ ਵੀ ਜ਼ਰੂਰੀ ਸੀ। ਪਰ ਕੀ ਕਰਦੇ, ਫਿਰ ਸਾਨੂੰ ਤਰੀਕਾ ਹੀ ਇਹੀ ਲੱਭਿਆ। ਮਹਾਰਾਜ ਕਹਿੰਦੇ ਫਿਰ ਤੁਸੀਂ ਇਹ ਸੋਚਿਆ ਵੀ ਗੁਰੂ ਨੂੰ ਪਤਾ ਨਹੀਂ ਲੱਗੇਗਾ ਜੋ ਤੁਸੀਂ ਕਰ ਰਹੇ ਹੋ? ਕੀ ਗੁਰੂ ਨੂੰ ਪਤਾ ਨਹੀਂ? ਉਹਨੂੰ ਠੱਗਣ ਤੇ ਲੱਗੇ ਹੋ ਜਿਹਨੇ ਸਾਰਾ ਜੱਗ ਠੱਗ ਲਿਆ। ਭਗਤ ਕਬੀਰ ਜੀ ਨੇ ਨਾ ਇੱਕ ਬੜਾ ਸੋਹਣਾ ਬਚਨ ਆਖਿਆ, ਇਹ ਸ਼ਬਦ ਤਾਂ ਵਰਤਿਆ ਜੇ ਵੀ ਜਿਹਨੇ ਸਾਰਾ ਜੱਗ ਠੱਗਿਆ ਉਹਨੂੰ ਠੱਗਣ ਲੱਗੇ ਹੋ। ਕਬੀਰ ਜੀ ਕਹਿੰਦੇ ਹਰ ਠੱਗ ਜੱਗ ਕੋ ਠਗੌਰੀ ਲਾਈ। ਰੱਬ ਤੋਂ ਵੱਡਾ ਕੋਈ ਠੱਗ ਹੈ? ਜਿਹਨੇ ਮਾਇਆ ਰੂਪੀ ਠਗੌਰੀ ਸਾਰੇ ਸੰਸਾਰ ਨੂੰ ਲਾਈ, ਜਿਹਨੇ ਸਾਰਾ ਸੰਸਾਰ ਮਾਇਆ ਨਾਲ ਠੱਗ ਲਿਆ, ਉਹਦੇ ਤੋਂ ਵੱਡਾ ਕੋਈ ਠੱਗ ਹੋ ਸਕਦਾ ਹੈ? ਮਹਾਰਾਜ ਕਹਿੰਦੇ ਗੁਰੂ ਨੂੰ ਠੱਗਣ ਲੱਗੇ ਹੋ, ਕੀ ਸੋਚਦੇ ਹੋ ਵੀ ਗੁਰੂ ਨੂੰ ਪਤਾ ਨਹੀਂ ਲੱਗੇਗਾ? ਤੇ ਸਿੱਖ ਕਹਿੰਦੇ ਮਹਾਰਾਜ ਗਰੀਬ ਨਵਾਜ ਕਿਰਪਾ ਕਰਿਓ, ਸਾਨੂੰ ਖਿਮਾ ਕਰ ਦਿਓ। ਇਹ ਉਦਾਹਰਣ ਤਾਂ ਦਿੱਤੀ ਗੁਰੂ ਇਤਿਹਾਸ ਵਿੱਚੋਂ ਵੀ ਬੰਦਾ ਜਦੋਂ ਕੁਝ ਕਰਦਾ ਤੇ ਇਹ ਸੋਚਦਾ ਵੀ ਕਿਹੜਾ ਕਿਸੇ ਨੂੰ ਪਤਾ ਲੱਗਣਾ। ਸੱਚ ਹੈ ਜੀ, ਦੁਨੀਆ ਨੂੰ ਵਾਕਿਆ ਨਾ ਪਤਾ ਲੱਗੇ, ਪਰ ਨਿਰੰਕਾਰ ਵਾਹਿਗੁਰੂ ਸਾਹਿਬ ਤਾਂ ਦੇਖ ਰਹੇ ਨੇ। ਤੇ ਜਿਸ ਦਿਨ ਕਰਤੇ ਪੁਰਖ ਦੀ ਕਚਹਿਰੀ ਦੇ ਵਿੱਚ ਜਾ ਕੇ ਲੇਖਾ ਦੇਣਾ ਪਿਆ ਨਾ, ਜਿਹੜੇ ਜਿਹੜੇ ਕਰਮ ਇੱਥੇ ਲੁਕੋ ਕੇ ਅਸੀਂ ਕੀਤੇ ਨੇ ਨਾ, ਉਸ ਨਿਰੰਕਾਰ ਨੇ ਉਹ ਸਾਰੇ ਕਰਮਾਂ ਦਾ ਪਰਦਾ ਉਘੇੜ ਕੇ ਉਹ ਕਰਮ ਸਾਡੇ ਮੂਹਰੇ ਰੱਖ ਦੇਣੇ ਨੇ। ਨਾਨਕ ਆਖੈ ਰੇ ਮਨਾ, ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ। ਉਹਨਾਂ ਲੇਖਾ ਮੰਗਣਾ ਜੀ ਉੱਥੇ ਜਾ ਕੇ। ਮਹਾਰਾਜ ਕਹਿੰਦੇ ਚੰਗਾ ਇਹੀ ਹੈ ਵੀ ਇੱਥੇ ਕਬੂਲ ਲਓ ਗੁਰੂ ਦੇ ਦਰ ਤੇ ਆ ਕੇ, ਉੱਥੇ ਲੇਖਾ ਦੇਣ ਦੀ ਬਜਾਏ ਇੱਥੇ ਆ ਕੇ ਕਬੂਲੋ। ਪਾਤਸ਼ਾਹ ਜੋ ਜੋ ਕੀਨੋ ਸੋ ਤੁਮ ਜਾਣਿਓ, ਜੋ ਜੋ ਮੈਂ ਕੀਤਾ ਉਹ ਤੁਸੀਂ ਜਾਣਦੇ ਹੋ। ਫਿਰ ਕਹਿੰਦੇ ਜੀ ਪੇਖਿਓ, ਮੈਂ ਕੇਵਲ ਜੋ ਕੀਤਾ ਤੁਸੀਂ ਜਾਣਿਆ ਨਹੀਂ, ਤੁਸੀਂ ਵੇਖਿਆ ਵੀ ਹੈ। ਕਿਉਂਕਿ ਉਹ ਦਾਨਾ ਹੈ, ਉਹ ਬੀਨਾ ਵੀ ਹੈ, ਜਾਣਦਾ ਵੀ ਹੈ ਤੇ ਸਾਰਾ ਕੁਝ ਵੇਖਦਾ ਵੀ ਹੈ। ਅੰਦਰ ਬੈਠੀ ਹੋਈ ਜੋਤ ਉਹ ਸਭ ਕੁਝ ਦੇਖ ਵੀ ਰਹੀ ਹੈ ਤੇ ਸਭ ਕੁਝ ਉਹ ਜਾਣਦੀ ਹੈ। ਤੇ ਕਹਿੰਦੇ ਜੀ ਠੌਰ ਨਹੀਂ, ਕੋਈ ਇਹੋ ਜੀ ਜਗ੍ਹਾ ਨਹੀਂ ਜਿੱਥੇ ਤੁਸੀਂ ਵਿਆਪਕ ਨਾ ਹੋਵੋ, ਹਰ ਜਗ੍ਹਾ ਤੇ ਵਿਆਪਕ ਹੋ। ਜਿੱਥੇ ਹੋ ਜਾਈ ਤੂੰ ਸਭਨੀ ਥਾਈ, ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਮੈਂ ਜਿੱਥੇ ਵੀ ਜਾਣਾ ਉੱਥੇ ਤੁਸੀਂ ਵਿਆਪਕ ਹੋ। ਕੋਈ ਇਹੋ ਜੀ ਜਗ੍ਹਾ ਹੈ ਜਿੱਥੇ ਤੁਸੀਂ ਨਾ ਹੋਵੋ? ਜੇ ਮੈਂ ਲੁਕ ਕੇ ਅੰਦਰ ਵੜ ਕੇ ਵੀ ਕੋਈ ਕਰਮ ਕਰਾਂ ਤੇ ਉੱਥੇ ਵੀ ਤੁਸੀਂ ਵਿਆਪਕ ਹੋ। ਪਰ ਮਹਾਰਾਜ ਮੈਂ ਹੈ ਬੜਾ ਢੀਠ, ਕਿੰਨਾ ਕੁ ਢੀਠ, ਮੁੱਕਰ ਜਾਣਾ ਆ, ਕਰਕੇ ਮੁੱਕਰ ਜਾਣਾ। ਇਹਦੀ ਇੱਕ ਉਦਾਹਰਣ ਹੈ, ਅੱਜ ਦੇ ਸਮੇਂ ਦੇ ਵਿੱਚ ਜਦੋਂ ਸਾਡੇ ਜੀਵਨ ਵਿੱਚ ਕੋਈ ਦੁੱਖ ਆ ਜਾਏ ਤੇ ਬੰਦਾ ਮੁੱਕਰ ਜਾਂਦਾ ਵੀ ਮੈਂ ਕਿਹੜਾ ਕੁਝ ਕੀਤਾ, ਪਤਾ ਨਹੀਂ ਰੱਬ ਨੇ ਕਿਉਂ ਦੁੱਖ ਦਿੱਤਾ। ਬੰਦਾ ਕਰਕੇ ਮੁੱਕਰ ਜਾਂਦਾ ਜੀ। ਜਦੋਂ ਸਾਨੂੰ ਜੀਵਨ ਵਿੱਚ ਦੁੱਖ ਪ੍ਰਾਪਤ ਹੋਇਆ ਹੈ, ਅਸੀਂ ਇਹ ਕਹਿੰਦੇ ਆ ਜੀ ਮੈਂ ਸਾਰੀ ਜ਼ਿੰਦਗੀ ਕਿਸੇ ਦਾ ਮਾੜਾ ਨਹੀਂ ਕੀਤਾ, ਪਤਾ ਨਹੀਂ ਮੈਂ ਕਿਉਂ ਦੁਖੀ ਆ। ਸਾਧ ਸੰਗਤ ਜੀ, ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਇਸ ਜੀਵਨ ਤੋਂ ਪਹਿਲਾਂ ਜਿਹੜਾ ਸਮਾਂ ਬਤੀਤ ਕੀਤਾ ਹੈ ਉਹਦੇ ਵਿੱਚ ਅਸੀਂ ਕੀ ਕਰਦੇ ਰਹੇ ਆ, ਤੇ ਇਸ ਜੀਵਨ ਦੇ ਅੰਦਰ ਜਿਹੜਾ ਅਸੀਂ ਆਪਣੇ ਜੀਵਨ ਦਾ ਸਮਾਂ ਬਤੀਤ ਕੀਤਾ, ਸਾਨੂੰ ਇਹ ਵੀ ਨਹੀਂ ਪਤਾ ਵੀ ਇਸ ਜੀਵਨ ਵਿੱਚ ਅਸੀਂ ਕੀ ਕੀ ਕਰਕੇ ਆਏ ਹਾਂ। ਸਾਨੂੰ ਬਹੁਤ ਕੁਝ ਭੁੱਲ ਜਾਂਦਾ ਹੈ ਤੇ ਅਸੀਂ ਮੁੱਕਰ ਪੈ ਜਾਂਦੇ ਆ ਵੀ ਮੈਂ ਤਾਂ ਕੁਝ ਨਹੀਂ ਕੀਤਾ। ਪਾਤਸ਼ਾਹ ਮੈਂ ਇਹੋ ਜਿਹਾ ਢੀਠ ਹਾਂ, ਸਭ ਕੁਝ ਤੁਸੀਂ ਜਾਣਦੇ ਵੀ ਹੋ, ਸਭ ਕੁਝ ਤੁਸੀਂ ਵੇਖਿਆ ਵੀ ਹੈ, ਪਰ ਮੇਰੇ ਜਿਹਾ ਢੀਠ ਫੇਰ ਮੁੱਕਰ ਜਾਂਦਾ ਵੀ ਮੈਂ ਕੁਝ ਕੀਤਾ ਨਹੀਂ। ਹਾਂਜੀ, ਵੱਡ ਪ੍ਰਤਾਪ ਸੁਨਿਓ ਪ੍ਰਭ ਤੁਮਰੋ, ਕੋਟ ਅਗਾ ਤੇਰੋ ਨਾਮ ਹਰਨ। ਹੇ ਵਾਹਿਗੁਰੂ, ਮੈਂ ਆਪ ਜੀ ਦਾ ਵੱਡਾ ਪ੍ਰਤਾਪ ਸੁਣਿਆ, ਵੱਡ ਪ੍ਰਤਾਪ, ਮਹਾਨ ਪ੍ਰਤਾਪ ਸੁਣਿਆ। ਉਹ ਪ੍ਰਤਾਪ ਕੀ ਹੈ?
हे ਵਾਹਿਗੁਰੂ ਆਪ ਜੀ ਦਾ ਪਾਵਨ ਨਾਮ ਮਨੁੱਖ ਦੇ ਕੀਤੇ ਹੋਏ ਕਰੋੜਾਂ ਪਾਪ ਨਸ਼ਟ ਕਰ ਦਿੰਦਾ ਹੈ। ਜੈਸੇ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ, ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦ੍ਰੰ ਮਹਾਮਖਿਆਦੰ ਮਿਟੰਤ, ਸਭ ਕੁਝ ਮਿਟ ਜਾਂਦਾ ਹੈ। ਮਿਟੰਤ ਸਗਲ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਪਾਤਸ਼ਾਹ ਕਹਿੰਦੇ ਜਿਵੇਂ ਲੱਕੜਾਂ ਹੁੰਦੀਆਂ ਨੇ ਨਾ, ਤੇ ਲੱਕੜਾਂ ਵਿੱਚ ਕਿਣਕਾ ਮਾਤਰ ਅਗਨ ਪਾ ਦਈਏ ਤੇ ਲੱਕੜਾਂ ਸੜ ਕੇ ਸਵਾਹ ਹੋ ਜਾਂਦੀਆਂ ਨੇ। ਲੱਖ ਮੜਿਆ ਕਰ ਏਕਠੇ, ਏਕ ਰੱਤੀ ਲੈ ਪਾਹੇ। ਲੱਖਾਂ ਮਣ ਲੱਕੜਾਂ ਇਕੱਠੀਆਂ ਕਰਕੇ ਰੱਖ ਦਿਓ, ਇੱਕ ਰੱਤੀ ਮਾਤਰ ਅੱਗ ਲਾ ਦਈਏ ਤੇ ਉਹ ਸੜ ਕੇ ਸਵਾਹ ਹੋ ਜਾਂਦੀਆਂ ਨੇ। ਮਨੁੱਖ ਦੇ ਕੀਤੇ ਕਰੋੜਾਂ ਪਾਪ ਵੀ ਇੱਕ ਪਲ ਵਿੱਚ ਸੜ ਕੇ ਸਵਾਹ ਹੋ ਸਕਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੀ, ਹਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ। ਕਿਤੇ ਗਨਕਾ ਦੀ ਉਦਾਹਰਣ ਮਹਾਰਾਜ ਜੀ ਦਿੰਦੇ ਨੇ। ਗਨਕਾ ਵੀ ਪਲ ਵਿੱਚ ਤਰ ਗਈ, ਹਜਾਮਲ ਵੀ ਤਰ ਗਿਆ, ਜਿਨ੍ਹਾਂ ਨੂੰ ਲੋਕ ਪਾਪੀ ਕਹਿੰਦੇ ਸਨ, ਪਰ ਜਦੋਂ ਵਾਹਿਗੁਰੂ ਤਾਰਨ ਤੇ ਆਏ ਜੀ, ਇੱਕ ਪਲ ਚ ਤਾਰ ਦਿੱਤਾ। ਤਾਰਿਆ ਕਿਨੇ ਜੀ? ਵਾਹਿਗੁਰੂ ਦੇ ਨਾਮ ਨੇ। ਅਜਾਮਲ ਨੂੰ ਜਦੋਂ ਅੰਤਕਾਲ ਨਾਰਾਇਣ ਸੁਧ ਆਈ, ਉਹਨੂੰ ਜਦੋਂ ਅੰਤਕਾਲ ਪਰਮੇਸ਼ਰ ਦੇ ਨਾਮ ਦੀ ਸੁਧ ਆ ਗਈ ਨਾ, ਨਾਰਾਇਣ ਮੂੰਹ ਦੇ ਵਿੱਚ ਰਹਿ ਗਿਆ। ਪੁੱਤਰ ਦਾ ਨਾਮ ਸੀ, ਗੁਰਮੁਖ ਨਾਉ ਨਾਰਾਇਣ ਕਹਿਆ। ਭਾਈ ਗੁਰਦਾਸ ਜੀ ਲਿਖਦੇ, ਉਹਦੇ ਪੁੱਤਰ ਦਾ ਨਾਮ ਗੁਰਮੁਖਾਂ ਨੇ ਨਾਰਾਇਣ ਰੱਖਿਆ। ਜਦੋਂ ਪੁੱਤਰ ਹੋਇਆ ਤੇ ਸੋਚਿਆ ਵੀ ਚਲੋ ਸੰਗਤ ਵਿੱਚ ਜਾ ਕੇ ਨਾਮ ਰੱਖੀਏ। ਸਾਧੂਆਂ ਕੋਲ ਲੈ ਗਿਆ ਜੀ, ਪੁੱਤਰ ਹੋਇਆ ਨਾਂ ਰੱਖ ਦਿਓ। ਕਨੌਜ ਦਾ ਰਹਿਣ ਵਾਲਾ ਇਹ ਬ੍ਰਾਹਮਣ ਸੀ, ਬੜਾ ਵਿਦਵਾਨ ਵੀ ਸੀਗਾ, ਤੇ ਪਰ ਗੁਰਮੁਖਾਂ ਨੇ ਆਖਿਆ ਵੀ ਇਹ ਤਾਂ ਪਾਪੀ ਹੈ, ਚਲੋ ਇਹਦੇ ਪੁੱਤਰ ਦਾ ਨਾਮ ਹੀ ਨਾਰਾਇਣ ਰੱਖ ਦਿਓ, ਵੀ ਇਹਨੇ ਤੇ ਨਾਮ ਜਪਣਾ ਕੋਈ ਨਹੀਂ। ਤੇ ਗੁਰਮੁਖੋ ਪੁੱਤਰ ਨੇ ਨਹੀਂ ਤਾਰਿਆ, ਤਾਰਿਆ ਨਾਰਾਇਣ ਨੇ ਆ। ਜਦੋਂ ਪ੍ਰਾਣ ਨਿਕਲਣ ਲੱਗੇ ਨਾ, ਜਿਹੜੀ ਸੁਰਤ ਸੀ ਉਹ ਨਾਮ ਦੇ ਵਿੱਚ ਜਾ ਕੇ ਅਭੇਦ ਹੋ ਗਈ। ਨਾਮ ਨੇ ਸੁਰਤ ਵਿਨ ਦਿੱਤੀ, ਜ਼ਬਾਨ ਤੇ ਮਨ ਵਿੱਚ ਨਾਰਾਇਣ ਰਹਿ ਗਿਆ। ਉਸ ਨਾਰਾਇਣ ਨੇ ਕੀਤੇ ਕਰੋੜਾਂ ਪਾਪ ਇੱਕ ਪਲ ਦੇ ਵਿੱਚ ਧੋ ਕੇ ਰੱਖ ਦਿੱਤੇ। ਗਨਕਾ ਰਾਮ ਰਾਮ ਜਪਾਉਂਦੀ ਹੈ, ਜਪਾਉਂਦੀ ਤਾਂ ਭਾਵੇਂ ਤੋਤੇ ਨੂੰ ਹੈ, ਪਰ ਜਦੋਂ ਸੱਪ ਨੇ ਡੰਗਿਆ ਤੇ ਮੁਖ ਦੇ ਵਿੱਚ ਰਾਮ ਸ਼ਬਦ ਰਹਿ ਗਿਆ, ਉਸੇ ਨਹੀਂ ਤਾਰ ਦਿੱਤਾ। ਵੇਖੋ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਵੈਰਾਗਮਈ ਬਾਣੀ ਦੇ ਨਾਲ ਚੜ੍ਹਦੀ ਕਲਾ ਦਾ ਉਪਦੇਸ਼ ਦਿੰਦੇ ਨੇ। ਇਹ ਚੜ੍ਹਦੀ ਕਲਾ ਦਾ ਪੱਖ ਹੈ। ਆਪਾਂ ਇਹ ਕਹਿੰਦੇ ਆ ਵੀ ਮਹਾਰਾਜ ਜੀ ਨੇ ਵੈਰਾਗਮਈ ਉਪਦੇਸ਼ ਦਿੱਤਾ, ਸੱਤ ਹੈ, ਪਰ ਨਾਲ ਦੀ ਨਾਲ ਮਨੁੱਖ ਨੂੰ ਦਿਲਾਸਾ ਵੀ ਬੜਾ ਵੱਡਾ ਦਿੱਤਾ ਹੈ। ਜਿੱਥੇ ਕਹਿੰਦੇ ਸੰਸਾਰ ਨਾਸ਼ਵੰਤ ਹੈ, ਮਹਾਰਾਜ ਜੀ ਕਹਿੰਦੇ ਨਾਸ਼ਵੰਤ ਹੈ, ਇਹ ਰੱਬ ਰੂਪ ਵੀ ਹੈ। ਇਸੇ ਸੰਸਾਰ ਵਿੱਚ ਹੀ ਤੇਰਾ ਭਲਾ ਹੋਣਾ ਹੈ, ਤੇ ਜੇ ਤੇਰਾ ਜੀਵਨ ਵਿਅਰਥ ਜਾ ਰਿਹਾ ਹੈ, ਅਜਹੁ ਕਛ ਬਿਗੜਿਓ ਨਹੀਂ ਜੋ ਹਰ ਗੁਣ ਗਾਵੈ। ਅਜੇ ਵੀ ਕੁਝ ਨਹੀਂ ਵਿਗੜਿਆ। ਜਿੰਨਾ ਕੁ ਸਮਾਂ ਹੈ ਪਰਮੇਸ਼ਰ ਦੇ ਗੁਣ ਗਾਇਨ ਕਰ। ਕਿਉਂ? ਜੇ ਅਜਾਮਲ ਤਰ ਸਕਦਾ ਹੈ, ਗਨਕਾ ਦਾ ਉਧਾਰ ਹੋ ਸਕਦਾ ਹੈ, ਤੇ ਤੂੰ ਕਿਉਂ ਨਹੀਂ ਤਰ ਸਕਦਾ? ਜੇ ਗੱਜ ਗਰਾਹ ਤੇ ਛੂਟਾ ਹਾਥੀ ਤੇਂਦੂਏ ਤੋਂ ਛੁੱਟ ਸਕਦਾ ਪਰਮੇਸ਼ਰ ਦੀ ਆਰਾਧਨਾ ਕਰਕੇ, ਫਿਰ ਤੂੰ ਕਿਉਂ ਨਹੀਂ ਛੁੱਟ ਸਕਦਾ? ਤੇਰਾ ਕਿਉਂ ਨਹੀਂ ਉਧਾਰ ਹੋ ਸਕਦਾ? ਤੇਰੇ ਵੀ ਕਰੋੜਾਂ ਪਾਪ ਇੱਕ ਪਲ ਵਿੱਚ ਮਿਟ ਸਕਦੇ ਨੇ, ਜੇ ਤੂੰ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰੇ। ਏਕ ਚਿਤ ਜਿਹੇ ਇੱਕ ਚਿੰਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਮਹਾਰਾਜ ਕਲਗੀਧਰ ਜੀ ਕਹਿੰਦੇ, ਜਿਨ੍ਹਾਂ ਇੱਕ ਚਿੱਤ ਇੱਕ ਛਿਨ ਵੀ ਵਾਹਿਗੁਰੂ ਨੂੰ ਧਿਆ ਲਿਆ, ਮੁੜ ਕੇ ਕਾਲ ਦੀਆਂ ਫਾਈਆਂ ਦੇ ਵਿੱਚ ਨਹੀਂ ਆਉਂਦੇ। ਪਰਮੇਸ਼ਰ ਦੇ ਨਾਮ ਦਾ ਐਸਾ ਪ੍ਰਤਾਪ ਹੈ। ਇੱਕ ਛੋਟੀ ਜਿਹੀ ਉਦਾਹਰਣ ਹੈ ਜੀ। ਜੇ ਕੋਈ ਬੰਦਾ ਆਖੇ ਨਾ ਵੀ 100 ਕਦਮ ਅੱਗੇ ਜਾ ਕੇ ਤੇ ਵਾਪਸ ਮੁੜਨਾ ਹੋਵੇ, ਤੇ 100 ਕਦਮ ਪਿਛਾਂ ਮੁੜਨਾ ਪਵੇਗਾ। ਜੇ ਮੇਰੇ ਪਾਪ ਕਈ ਜਨਮਾਂ ਦੇ ਨੇ ਤੇ ਕਈ ਜਨਮ ਲੱਗ ਜਾਣਗੇ ਧੋਦਿਆਂ। ਪਰ ਸੱਚ ਇਹ ਆ ਵੀ 100 ਸਾਲ ਦਾ ਹਨੇਰਾ ਮਿਟਾਉਣ ਦੇ ਲਈ 100 ਸਾਲ ਨਹੀਂ ਲੱਗਦਾ ਖਾਲਸਾ ਜੀ, ਇੱਕ ਛਿਨ ਹੀ ਲੱਗਦਾ ਹੈ। ਕਰੋੜਾਂ ਜਨਮਾਂ ਦੇ ਪਾਪ ਧੋਣ ਦੇ ਲਈ ਕਰੋੜਾਂ ਜਨਮ ਨਹੀਂ ਲੱਗਦੇ, ਪਰਮੇਸ਼ਰ ਦੇ ਨਾਮ ਦੇ ਪ੍ਰਤਾਪ ਦੇ ਨਾਲ ਇੱਕ ਛਿਨ ਹੀ ਲੱਗਦਾ ਹੈ। ਸਤਿਗੁਰੂ ਕਹਿੰਦੇ, ਹੇ ਵਾਹਿਗੁਰੂ ਜੀ, ਮੈਂ ਐਸਾ ਆਪ ਜੀ ਦਾ ਵੱਡ ਪ੍ਰਤਾਪ ਸੁਣਿਆ ਹੈ,
ਤੁਹਾਡਾ ਨਾਮ ਮਨੁੱਖ ਦੇ ਕੀਤੇ ਹੋਏ ਕਰੋੜਾਂ ਪਾਪ ਨਸ਼ਟ ਕਰ ਦਿੰਦਾ ਹੈ। ਹਮਰੋ ਸਹਾਓ ਸਦਾ ਸਦ ਭੂਲਨ, ਤੁਮਰੋ ਬਿਰਦ ਪਤਤ ਉਧਰਨ। ਸਾਡਾ ਜਿਹੜਾ ਸੁਭਾਅ ਤੋਂ ਭਾਵ ਹੈ ਸੁਭਾਵ ਸਦਾ ਹੀ ਭੁੱਲਣ ਵਾਲਾ, ਅਸੀਂ ਸਦਾ ਹੀ ਭੁੱਲਣ ਵਾਲੇ ਹਾਂ। ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣਹਾਰੇ, ਅਸੀਂ ਸਦਾ ਹੀ ਅਪਰਾਧੀ ਭੁੱਲਣ ਵਾਲੇ ਹਾਂ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਅਸੀਂ ਭੁੱਲਦੇ ਹਾਂ, ਭੁੱਲ ਭੁੱਲ ਕੇ ਫਿਰ ਗਲਤੀਆਂ ਕਰਦੇ ਹਾਂ, ਫਿਰ ਮਾਫੀਆਂ ਮੰਗਦੇ ਹਾਂ, ਫਿਰ ਭੁੱਲਦੇ ਹਾਂ, ਫਿਰ ਗਲਤੀਆਂ ਕਰਦੇ ਹਾਂ। ਪਰ ਵਾਹਿਗੁਰੂ ਤੁਮਰੋ ਬਿਰਦ ਪਤਤ ਉਦਾਹਰਨ, ਤੁਹਾਡਾ ਜਿਹੜਾ ਬਿਰਦ ਹੈ ਨਾ ਉਹ ਪਤਤਾਂ ਨੂੰ ਉਦਾਹਰਨ ਵਾਲਾ, ਤਾਰਨ ਵਾਲਾ ਹੈ। ਤਾਂ ਹੀ ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ, ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਭਗਤ ਜੀ ਕਹਿੰਦੇ ਜੇ ਅਸੀਂ ਪਾਪ ਨਾ ਕਰਦੇ ਤੇ ਤੁਹਾਨੂੰ ਪਤਤ ਪਾਵਨ ਕਿਹਨੇ ਕਹਿਣਾ ਸੀ। ਜੇ ਮੈਂ ਪਤਤ ਹਾਂ, ਮੈਂ ਪਾਪ ਕੀਤੇ ਨੇ ਤੇ ਤੁਸੀਂ ਮੈਨੂੰ ਪਵਿੱਤਰ ਕਰ ਦਿੱਤਾ, ਪਾਵਨ ਕਰ ਦਿੱਤਾ, ਤਾਂ ਹੀ ਤੁਹਾਨੂੰ ਪਤਤ ਪਾਵਨ ਆਖਿਆ ਗਿਆ ਨਾ। ਤੇ ਜੇ ਮੈਂ ਪਾਪ ਹੀ ਨਾ ਕਰਦਾ ਤੇ ਤੁਹਾਨੂੰ ਪਤਤ ਪਾਵਨ ਕਿਹਨੇ ਕਹਿਣਾ ਸੀਗਾ। ਉਸ ਨਿਰੰਕਾਰ ਦਾ, ਵਾਹਿਗੁਰੂ ਦਾ ਬਿਰਦ ਹੀ ਐਸਾ ਹੈ ਕਿ ਉਹ ਪਤਤਾਂ ਦਾ ਉਧਾਰ ਕਰ ਦਿੰਦਾ। ਇਸ ਭਾਵ ਨੂੰ ਆਪਣੇ ਅੰਦਰ ਅਸੀਂ ਸਾਰਿਆਂ ਨੇ ਅਨੁਭਵ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਸਾਡੀ ਸੁਰਤ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾ ਰਹੇ ਨੇ। ਇਹ ਚੜ੍ਹਦੀ ਕਲਾ ਦਾ ਇੱਕ ਨਕਸ਼ਾ ਵੀ ਬੰਨਿਆ ਜਾ ਰਿਹਾ ਸ਼ਬਦ ਦੇ ਦੁਆਰਾ। ਇਹ ਨਹੀਂ ਵੀ ਪਾਪ ਕੀਤਾ ਨਰਕਾਂ ਵਿੱਚ ਜਾਵਾਂਗੇ, ਜੰਮਾਂ ਦੇ ਜਾ ਕੇ ਉੱਥੇ ਡੰਡੇ ਸਹਾਂਗੇ। ਠੀਕ ਹੈ, ਉਹਨੇ ਸਹਿਣੇ ਨੇ ਜਿਹਨੇ ਨਹੀਂ ਜਪਿਆ। ਪਰ ਮਹਾਰਾਜ ਨਾਲੇ ਵੀ ਕਹਿੰਦੇ ਨੇ, ਜੇ ਜਪੇਗਾ ਭਾਵੇਂ ਪਾਪ ਕੀਤੇ, ਤੇਰੇ ਕਰੋੜਾਂ ਪਾਪ ਵੀ ਉਹ ਬਖਸ਼ ਦੇਗਾ ਕਿਰਪਾ ਦੇ ਘਰ ਵਿੱਚ ਆ ਕੇ। ਇੱਕ ਸੂਫੀ ਸੰਤ ਕਹਿੰਦਾ, ਵਾਹਿਗੁਰੂ ਮੈਂ ਸਾਰੀ ਜ਼ਿੰਦਗੀ ਪਾਪ ਕਰਦਾ ਰਹਾ, ਬਸ ਇੰਨੀ ਕੁ ਰਹਿਮਤ ਕਰ ਦਈ, ਜਦੋਂ ਮੇਰੇ ਸਵਾਸ ਨਿਕਲਣ ਲੱਗਣ ਨਾ ਤੂੰ ਕਿਣਕਾ ਕ ਮਿਹਰ ਕਰ ਦਈ। ਕਿਸੇ ਆਖਿਆ ਜੀ ਕਿਉਂ? ਕਹਿੰਦੇ ਉਹਦੀ ਕਿਣਕਾ ਰੂਪੀ ਮਿਹਰ ਜਦੋਂ ਇੱਕ ਪਾਸੇ ਤੱਕੜੀ ਦੇ ਪਲੜੇ 'ਚ ਰੱਖਾਂਗਾ ਤੇ ਮੇਰੇ ਜਨਮ ਦੇ ਕੀਤੇ ਹੋਏ ਕਰੋੜਾਂ ਪਾਪ, ਕਹਿੰਦੇ ਉਹ ਵੀ ਜਿਹੜੇ ਨੇ ਨਾ ਹੌਲੇ ਪੈ ਜਾਣਗੇ। ਉਹਦੀ ਇੱਕ ਪਲ ਦੀ ਰਹਿਮਤ, ਮੇਰੇ ਕੀਤੇ ਹੋਏ ਕਰੋੜਾਂ ਪਾਪ ਜਿਹੜੇ ਹਨ ਉਹਨਾਂ ਦੇ ਸਨਮੁਖ ਉਹਦੀ ਰਹਿਮਤ ਭਾਰੀ ਪੈ ਜਾਏਗੀ। ਬਸ ਇਹ ਦਇਆ ਕਰ ਦਈ ਮੇਰੇ ਉੱਪਰ ਆਪਣੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਵਾਹਿਗੁਰੂ ਤੁਹਾਡਾ ਬਿਰਦ ਤੁਸੀਂ ਪਤਤਾਂ ਦਾ ਉਧਾਰ ਕਰਦੇ ਹੋ ਤੇ ਸਾਡਾ ਸੁਭਾਵ ਸਦਾ ਭੁੱਲਣਹਾਰਾ ਹੈ। ਕਰੁਣਾਮੈ ਕਿਰਪਾਲ ਕਿਰਪਾ ਨਿਧ, ਜੀਵਨ ਪਦ ਨਾਨਕ ਹਰ ਦਰਸ਼ਨ। हे ਕਿਰਪਾ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ, ਸਾਡੇ ਤੇ ਰਹਿਮਤਾਂ ਕਰੋ ਮਹਾਰਾਜ, ਕਰੁਣਾ ਕਰ, ਦਇਆ ਕਰੋ ਸਾਡੇ ਤੇ। ਤੁਸੀਂ ਕਿਰਪਾ ਦੇ ਖਜ਼ਾਨੇ, ਰਹਿਮਤਾਂ ਦੇ ਖਜ਼ਾਨੇ ਹੋ, ਸਾਡੇ ਤੇ ਦਇਆ ਕਰੋ, ਸਾਡੇ ਔਗਣ ਬਖਸ਼ ਦਿਓ ਮਹਾਰਾਜ। ਆਪ ਜੀ ਰਹਿਮਤਾਂ ਕਰਕੇ ਹਰ ਦਰਸ਼ਨ, ਹਰੀ ਦੇ ਦਰਸ਼ਨਾਂ ਦੀ ਦਾਤ ਬਖਸ਼ੋ, ਕਿਉਂਕਿ ਪਰਮੇਸ਼ਰ ਦੇ ਹਰੀ ਦੇ ਦਰਸ਼ਨ ਜੀਵਨ ਪਦਵੀ ਦੀ ਦਾਤ ਬਖਸ਼ਿਸ਼ ਕਰਨ ਵਾਲੇ ਹਨ। ਜਿਨ੍ਹਾਂ ਨੂੰ ਹਰੀ ਦੇ ਦੀਦਾਰ ਪ੍ਰਾਪਤ ਹੋ ਜਾਣ, ਉਹ ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਕਰ ਲੈਂਦੇ। ਕਿਉਂ? ਪਾਪ ਧੋਤੇ ਜਾਂਦੇ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਗੁਰਾਂ ਦੇ ਦੀਦਾਰ ਪਰਸਨ ਨਾਲ ਜਨਮ ਤੇ ਮਰਨ ਦੇ ਦੁੱਖ ਨਿਵਰਤ ਹੋ ਜਾਂਦੇ ਹਨ। ਜੀਵਨ ਪਦਵੀ ਦੀ, ਆਤਮਿਕ ਜੀਵਨ ਜਿਹੜਾ ਗੁਰੂ ਰਹਿਮਤ ਕਰਕੇ ਸਾਡਾ ਸੁਧਾਰ ਕੇ ਇਸ ਸੰਸਾਰ ਸਾਗਰ ਤੋਂ ਸਾਡਾ ਭਲਾ ਕਰ ਦਿੰਦਾ ਹੈ। ਆਓ ਸਤਿਗੁਰਾਂ ਦੇ ਚਰਨਾਂ ਵਿੱਚ ਸਾਰੇ ਰਲ ਮਿਲ ਕੇ 2 ਮਿੰਟ ਲਈ ਅਰਦਾਸ ਬੇਨਤੀਆਂ ਕਰੀਏ ਜੀ। ਸਤਿਗੁਰੂ ਸਾਡੇ ਸਾਰਿਆਂ ਤੇ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਜੀ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ,
ਵਿਸਰ ਨਾਹੀ ਦਾਤਾਰ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।